ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਰਮ ਹਰਖ ਕਾਲੂ ਕਰਤ, ਸੁਨ ਦਿਜ ਬਰ ਕੀ ਬੈਨ, ਸਾਦਰ ਦੀਨ ਉਪਾਇਨ, ਗਇਓ ਬਹਰ ਨਿਜ ਐਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਵਾਇਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤ ਸੰਗੀ ਜਨੋ, ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰਸਿੱਖਾਂ ਦੀ ਰਸਨਾ ਦੁਆਰਾ ਸ਼ਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਪਾਵਨ ਜੀਵਨ ਦੀ ਕਥਾ ਦਾ। ਸਤਿਗੁਰਾਂ ਜੀ ਦਾ ਨਾਮ ਜਦੋਂ ਹਰਦਿਆਲ ਪੁਰੋਹਿਤ ਜੀ ਨੇ ਰੱਖਣਾ ਕੀਤਾ ਨਾਨਕ, ਤਾਂ ਪਿਤਾ ਕਾਲੂ ਜੀ ਕਹਿਣ ਲੱਗੇ ਵੀ ਪੰਡਤ ਜੀ ਨਾਮ ਨਾ ਦੁਬਾਰੇ ਰੱਖੋ, ਜੇ ਤੋਂ ਪਤਾ ਲੱਗੇ ਵੀ ਹਿੰਦੂ ਹੈ ਜਾਂ ਖੱਤਰੀ ਹੈ। ਉਹ ਕਹਿਣ ਲੱਗੇ ਵੀ ਇਹ ਸਾਂਝਾ ਨਾਮ ਹੈ ਦੋਵਾਂ ਦਾ, ਹਿੰਦੂਆਂ ਦਾ ਤੇ ਤੁਰਕਾਂ ਦਾ ਵੀ। ਪਹਿਲੇ ਜਿਹੜੇ ਅਵਤਾਰ ਹੋਏ ਨੇ ਸ਼੍ਰੀ ਰਾਮ ਚੰਦਰ ਜੀ, ਕ੍ਰਿਸ਼ਨ ਜੀ, ਉਹਨਾਂ ਨੂੰ ਕੇਵਲ ਹਿੰਦੂ ਹੀ ਮੰਨਦੇ ਨੇ, ਕੋਈ ਤੁਰਕ ਨਹੀਂ ਮੰਨਦਾ, ਪਰ ਇਹਨਾਂ ਨੂੰ ਦੋਵੇਂ ਮੰਨਣਗੇ। ਸ਼ੰਕਾ ਨਾ ਕਰ। ਇਹਦਾ ਅਰਥ ਹੈ ਨਾ ਅਨ ਅੱਖ, ਜਿਹਦੇ ਵਿੱਚ ਕੋਈ ਦੁੱਖ ਨਹੀਂ, ਉਹ ਨਾਨਕ ਹੈ। ਇਹ ਪਰਮੇਸ਼ਰ ਸਰੂਪ ਹੈ, ਇਹਨੇ ਦੋਵਾਂ ਦਾ ਉਧਾਰ ਕਰਨਾ, ਇਹਨੂੰ ਦੋਵੇਂ ਮੰਨਣਗੇ। ਇਸ ਕਰਕੇ ਕੋਈ ਵੀ ਕਿਸੇ ਤਰ੍ਹਾਂ ਦਾ ਵਹਿਮ ਕਰਨ ਦੀ ਲੋੜ ਨਹੀਂ। ਮੈਂ ਆਪਣੇ ਸਾਰੇ ਗ੍ਰੰਥਾਂ ਨੂੰ ਵਿਚਾਰਨ ਤੋਂ ਬਾਅਦ ਇਹ ਨਾਮ ਰੱਖਿਆ। ਪਿਤਾ ਜੀ ਕਹਿਣ ਲੱਗੇ ਵੀ ਚਲੋ ਜੇ ਤੂੰ ਵਿਚਾਰ ਕੇ ਰੱਖਿਆ ਤੇ ਫਿਰ ਠੀਕ ਹੈ। ਮਾਣ ਸਨਮਾਨ ਕਰਕੇ ਪੰਡਤ ਜੀ ਨੂੰ ਘਰੇ ਤੋਰਿਆ। ਇੱਥੋਂ ਕਥਾ ਦੀ ਰਮਤਾ ਹੁੰਦੀ ਹੈ। ਔਰ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਰਮ ਹਰਖ ਕਾਲੂ ਕਰਤ, ਸੁਨ ਦਿਜ ਬਰ ਕੇ ਬੈਨ। ਪਿਤਾ ਜੀ ਬਹੁਤ ਖੁਸ਼ ਹੋਏ ਨੇ। ਹਰਦਿਆਲ ਪੰਡਤ ਜੀ ਦੇ ਵਚਨ ਸੁਣ ਕੇ ਸਾਦਰ ਦੀਨ ਉਪਾਇਨ, ਗਇਓ ਬਹਰ ਨਿਜ ਐਨ। ਸਤਿਕਾਰ ਦੇ ਸਹਿਤ ਜੋ ਭੇਟਾਵਾਂ ਹੋਣੀਆਂ, ਅੰਨ ਹੋ ਗਿਆ, ਧਨ ਹੋ ਗਿਆ, ਵਸਤਰ ਹੋ ਗਏ, ਮਾਇਆ ਦੇ ਕੇ ਵਿਦਾ ਕੀਤਾ ਹਰਦਿਆਲ ਪੰਡਤ ਜੀ ਨੂੰ। ਚੌਪਈ ਜਾਵਤ ਦਿਜ ਬਰ ਹਿਰਦੈ ਵਿਚਾਰਤ। ਹੁਣ ਜਾਂਦੇ ਜਾਂਦੇ ਪੁਰੋਹਿਤ ਜੀ ਵਿਚਾਰ ਕਰਦੇ ਜਾਂਦੇ ਨੇ। ਗਟੀ ਗਿਨਤ ਹੋਵਤ ਅਤ ਆਰਤ। ਜਦੋਂ ਹਿਸਾਬ ਕਿਤਾਬ ਲਾਉਂਦੇ ਨੇ, ਗਿਣਤੀਆਂ ਮਿਣਤੀਆਂ ਕਰਦੇ, ਮਨ ਬੜਾ ਦੁਖੀ ਹੁੰਦਾ। ਦੇਹ ਬ੍ਰਿਧ ਪੀ ਬੈਸ ਬਿਹਾਵਾ। ਕਹਿੰਦਾ ਹਰਦਿਆਲ ਵੀ ਤੇਰੀ ਉਮਰ ਬਹੁਤ ਲੰਘ ਗਈ,
ਤੇ ਸਰੀਰ ਪੈ ਗਿਆ ਕਮਜ਼ੋਰ। ਯਾ ਤੇ ਭਇਓ ਮੁਝ ਮਨ ਪਛਤਾਵਾ। ਇਸ ਗੱਲ ਦਾ ਮੈਨੂੰ ਬਹੁਤ ਪਛਤਾਵਾ ਲੱਗੇ ਰਹੇਗਾ ਜਦੋਂ ਮੈਂ ਜਾਵਾਂਗਾ ਮਾਤ ਲੋਕ ਤੋਂ। ਨਹਿ ਦੇਖਵ ਮੈਂ ਇਹ ਬਰਤਾਪੂ। ਕਿਉਂਕਿ ਮੈਂ ਇਹਨਾਂ ਦਾ ਤੇਜ ਪ੍ਰਤਾਪ ਦੇਖ ਨਹੀਂ ਪਾਵਾਂਗਾ। ਪੂਰਬ ਸੂਰਤ ਪੰਡਤ ਆਪੂ। ਇਸ ਕਰਕੇ ਪੰਡਤ ਜੀ ਬਹੁਤ ਝੂਰਦੇ ਹਨ। ਕਾ ਲਗ ਮੈਂ ਜੀਵੋ ਜਗ ਮਾਹੀ। ਕਹਿੰਦਾ ਵੀ ਉਦੋਂ ਤੱਕ ਮੈਂ ਜਿਉਂਦਾ ਕਿ ਨਹੀਂ। ਪੂਰਨ ਭਾਗ ਹੈ ਕਿ ਮਮ ਨਾਹੀ। ਮੇਰੇ ਚੰਗੇ ਭਾਗ ਹਨ ਜਾਂ ਨਹੀਂ। ਸਿਸਤਾ ਤਜ ਆਵਹਿ ਤਰ ਨਾਹੀ। ਜਦੋਂ ਇਹਨਾਂ ਨੇ ਬਚਪਨ ਤੋਂ ਬਾਅਦ ਜਵਾਨੀ ਦੇ ਵਿੱਚ ਆਉਣਾ ਹੈ। ਉਦਰ ਹੈ ਨਰ ਬਹੁ ਸੰਗਤ ਪਾਹੀ। ਕਿੰਨੇ ਇਹਨਾਂ ਦੀ ਸੰਗਤ ਦੇ ਵਿੱਚ ਤਰ ਜਾਣਗੇ। ਬਿਨੈ ਕਰੋ ਮੈਂ ਕਰਹਿ ਉਧਾਰਾ। ਤੇ ਮੈਂ ਵੀ ਆਪਣੀ ਬੇਨਤੀ ਕਰਦਾ ਵੀ ਮੇਰਾ ਵੀ ਉਹ ਉਧਾਰ ਕਰ ਦਿਓ। ਭਵ ਬੰਧਨ ਤੇ ਹੋਏ ਛੁਟਕਾਰਾ। ਆ ਜਿਹੜੇ ਸੰਸਾਰ ਦੇ ਬੰਧਨ ਪਏ ਹੋਏ ਹਨ ਇਹਨਾਂ ਤੋਂ ਮੇਰਾ ਛੁਟਕਾਰਾ ਹੋ ਜਾਵੇ। ਹਰਦਿਆਲ ਪੁਰੋਹਿਤ ਜੀ ਬੜੇ ਸਿਆਣੇ ਨੇ, ਵਿਦਵਾਨ ਨੇ, ਧਰਮੀ ਨੇ, ਪਰ ਗਿਆਨ ਦੇ ਨਾਲ, ਵਿਦਿਆ ਦੇ ਨਾਲ ਪਾਰ ਉਤਾਰਾ ਨਹੀਂ ਹੁੰਦਾ। ਕਿਉਂਕਿ ਬੰਧਨਾਂ ਤੋਂ ਮੁਕਤ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਪੰਡਤ ਰੋਵੈ ਗਿਆਨ ਗਵਾਏ। ਪੰਡਤ ਕਿਸੇ ਜਾਤੀ ਦਾ ਜ਼ਿਕਰ ਨਹੀਂ ਹੈ ਇੱਥੇ। ਪੰਡਤ ਦਾ ਅਰਥ ਹੈ ਵਿਦਵਾਨ। ਵਿਦਵਾਨਾਂ ਦਾ ਗਿਆਨ ਕੰਮ ਨਹੀਂ ਕਰਦਾ। ਇਸ ਕਰਕੇ ਉਹ ਵੀ ਵਿਚਾਰੇ ਰੋਂਦੇ ਨੇ। ਤੀਰਥ ਜਾਓ ਤਾਂ ਹਾਂ ਹਾਂ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਜਿਹੜੇ ਤੀਰਥਾਂ ਤੇ ਜਾਣ ਵਾਲੇ ਨੂੰ ਮੈਂ ਕਰਦੇ ਫਿਰਦੇ ਵਿਦਵਾਨਾਂ ਨੂੰ ਪੁੱਛੋ, ਉਹ ਆਪਣੀ ਹਉਮੈ ਦੇ ਵਿੱਚ, ਆਪਣੇ ਗਿਆਨ ਦੇ ਵਿੱਚ ਫਸੇ ਪਏ ਨੇ। ਇਸ ਲਈ ਗਿਆਨ ਪਾਰ ਉਤਾਰਾ ਨਹੀਂ ਕਰਦਾ। ਆਪਾਂ ਸਮਝੀਏ ਵੀ ਹੁਣ ਗਿਆਨ ਹੋ ਗਿਆ ਜੀ, ਗੱਲਾਂ ਆਉਣ ਲੱਗ ਗਈਆਂ, ਨਹੀਂ। ਇੱਥੇ ਤਾਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗਿਆਨ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਲੈਣਾ, ਕੁਝ ਸੁਣ ਲੈਣਾ, ਕੁਝ ਯਾਦ ਕਰ ਲੈਣਾ, ਇਹ ਗਿਆਨ ਹੋ ਜਾਂਦਾ। ਤੇ ਗੱਲ ਕਰਨੀ ਆ ਗਈ ਤੇ ਉਹ ਹੁਣ ਕਹਿੰਦਾ ਜੀ ਮੈਂ ਤੇ ਵਿਦਵਾਨ ਹਾਂ ਜੀ, ਮੈਂ ਤੇ ਪੰਡਿਤ ਬਣ ਗਿਆ, ਮੈਂ ਤੇ ਗਿਆਨੀ ਬਣ ਗਿਆ, ਤੇ ਮੈਂ ਤੇ ਹੁਣ ਮੌਲਵੀ ਬਣ ਗਿਆ, ਮੈਂ ਤੇ ਹੁਣ ਫਾਦਰ ਬਣ ਗਿਆ ਈਸਾਈ ਮਤ ਦੇ ਅੰਦਰ। ਇਹ ਗਿਆਨ ਹੈ। ਜਿੰਨਾ ਜਿੰਨਾ ਗਿਆਨ ਹੁੰਦਾ ਜਾਂਦਾ ਹੈ ਉਨਾ ਹੀ ਬੰਦੇ ਦਾ ਅਹੰਗ ਭਾਵ, ਹੰਕਾਰ ਵੱਧਦਾ ਜਾਂਦਾ। ਦੇਖ ਲਓ ਵਿਦਵਾਨਾਂ ਦਾ ਕੀ ਹਾਲ ਹੈ। ਉਹ ਆਪਾਂ ਨੂੰ ਤਾਂ ਕੁਝ ਸਮਝਦੇ ਹੀ ਨਹੀਂ ਹੈ। ਗੱਜ ਕੇ ਆਖੋ ਸਤਿਨਾਮ ਵੀ ਮੈਂ ਵਿਦਵਾਨ ਬੰਦਾ। ਇਹ ਤਾਂ ਲੋਕੀ ਐਵੇਂ ਤੁਰੇ ਫਿਰਦੇ ਨੇ, ਸਾਨੂੰ ਨਹੀਂ ਉਹ ਕੁਝ ਸਮਝਦੇ ਹੈ। ਵੀ ਇਹਨਾਂ ਨੂੰ ਕੀ ਪਤਾ ਜੀ, ਇਹਨਾਂ ਨੂੰ ਕੀ ਆਉਂਦਾ। ਮੈਂ ਵਿਦਵਾਨ, ਮੈਂ ਘੰਟਾ ਬੋਲਦਾ, 1.5 ਘੰਟਾ ਬੋਲਦਾ। ਮੈਨੂੰ ਇੱਕ ਕਹਿੰਦਾ ਜੀ 700 ਘੰਟੇ ਦੇ ਵਿੱਚ ਕਥਾ ਕੀਤੀ ਹੋਈ ਹੈ। ਮੈਂ ਕਿਹਾ ਟਾਈਮ ਤਾਂ ਆਪਣੇ ਕੋਲ ਸੁਣਦਾ ਹੈ ਨਹੀਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। 700 ਘੰਟੇ ਹੁਣ ਕਿਹੜਾ, ਅਗਲੀ ਸੁਣੀ ਜਾਵਾਂਗੇ, ਪਿਛਲੀ ਭੁੱਲਦੀ ਜਾਊਗੀ। ਹੁਣ ਕਿਤੇ ਯਾਦ ਰਹਿਣਾ, ਯਾਦ ਤਾਂ ਰਹਿੰਦਾ ਨਹੀਂ ਹੈ ਕੁਝ। ਤਾਂ ਤੇ ਸਤਿਗੁਰੂ ਜੀ ਕਹਿੰਦੇ ਹਨ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚੱਖਣਾ ਝਾਕ। ਸਾਹਿਬ ਜੀ ਕਹਿੰਦੇ ਲੇਖੇ ਵਿੱਚ ਤਾਂ ਇੱਕੋ ਹੀ ਗੱਲ ਹੈ, ਬਾਕੀ ਤਾਂ ਸਾਰੀ ਹਉਮੈ ਹੀ ਹੈ, ਝੱਕ ਮਾਰਨਾ ਹੀ ਹੈ ਭਾਈ। ਇਸ ਲਈ ਪੰਡਤ ਵੀ ਕਹਿ ਰਿਹਾ ਹੈ ਵੀ ਮੇਰੇ ਬੰਧਨਾਂ ਤੋਂ ਮੈਨੂੰ ਮੁਕਤੀ ਮਿਲ ਜਾਵੇ, ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰ ਦੇਣ।
ਉਹ ਵੀ ਬੜੇ ਬੜੇ ਵਿਦਵਾਨ ਸਤਿਗੁਰਾਂ ਜੀ ਨੇ ਤਾਰੇ। ਇਹ ਹੈ ਬਹੁਤ ਚੰਗਾ ਬੰਦਾ ਹੈ, ਆਪਣੇ ਧਰਮ ਦੇ ਮੁਤਾਬਕ ਬਹੁਤ ਪੱਕਾ ਹੈ ਹਰਦਿਆਲ ਪੁਰੋਹਿਤ, ਪਰ ਉਹਨੂੰ ਪਤਾ ਵੀ ਮੈਂ ਮੁਕਤ ਨਹੀਂ ਹੈ, ਮੈਂ ਬੰਧਨਾਂ ਦੇ ਵਿੱਚ ਪਿਆ ਹੋਇਆ। ਕਿੰਨਿਆਂ ਨੂੰ ਕਥਾ ਸੁਣਾਤੀ ਹੋਣੀ ਵੀ ਹੁਣ ਤੁਸੀਂ ਮੁਕਤ ਹੋ ਕੇ ਕਥਾ ਸੁਣ ਲਈ, ਪਰ ਆਪ ਉਹ ਕਹਿੰਦਾ ਵੀ ਮੈਂ ਮੁਕਤ ਨਹੀਂ ਹੈ। ਇਹ ਉਹਦੀ ਇਮਾਨਦਾਰੀ ਹੈ। ਦੋ ਮਿੱਤਰ ਨੇ ਤੇ ਇੱਕ ਜਿਹੜਾ ਉਹਦਾ ਮਿੱਤਰ ਹੈ ਉਹ PhD ਕਰ ਰਿਹਾ ਹੈ। ਕਾਹਦੇ ਤੇ? ਤੈਰਨ ਤੇ। ਤੈਰਨ ਤੇ PhD ਕਰ ਰਿਹਾ। ਉਹਨੇ ਰੋਜ਼ ਦੱਸਣਾ ਵੀ ਅੱਜ ਮੈਂ ਆਹ ਕੀਤਾ, ਅੱਜ ਮੈਂ ਆਹ ਕੀਤਾ। PhD ਜੋ ਕਰ ਰਿਹਾ ਹੈ। ਉਹ ਸੁਣ ਕੇ ਅੱਕ ਗਿਆ। ਉਹਨੂੰ ਪਤਾ ਸੀ ਉਹਦੇ ਬਾਰੇ। ਉਹਨੇ ਇੱਕ ਦਿਨ ਗੱਲ ਬਣਾਈ, ਕਹਿੰਦਾ ਵੀ ਆਪਾਂ ਨਾ ਚੱਲੀਏ, ਘੁੰਮ ਫਿਰ ਕੇ ਆਈਏ। ਤੇ ਉਹਨੂੰ ਲੈ ਗਿਆ ਨਾਲ, ਤੇ ਉਹ ਸਰੋਵਰ ਦੇ ਕਿਨਾਰੇ ਕਿਨਾਰੇ ਤੁਰੇ ਜਾਂਦੇ, ਗੱਲਾਂ ਕਰਦੇ ਕਰਦੇ ਉਹਨੇ ਧੱਕਾ ਦੇਤਾ ਉਹਨੂੰ, PhD ਨੂੰ। ਉਹ ਕਹਿੰਦਾ ਮਾਰੇਗਾ ਤੂੰ ਮੈਨੂੰ ਡੋਬ ਕੇ, ਯਾਰ ਧੋਖਾ ਕਰਦਾ ਮੇਰੇ ਨਾਲ। ਕਹਿੰਦਾ ਕੀ ਹੋ ਗਿਆ? ਕਹਿੰਦਾ ਮੈਨੂੰ ਤੈਰਨਾ ਨਹੀਂ ਹੁੰਦਾ। ਕਹਿੰਦਾ ਫਿਰ PhD ਤੂੰ ਸਵਾਦ ਹੀ ਕਰਦਾ, ਗੱਜ ਕੇ ਆਖੋ ਸਤਿਨਾਮ ਵਾਹਿਗੁਰੂ। ਹੁਣ ਤੈਰਨ ਤੇ PhD ਕਰਨ ਵਾਲੇ ਨੂੰ ਤੈਰਨਾ ਨਹੀਂ ਆਉਂਦਾ ਹੈ। ਪਤਾ ਨਹੀਂ ਕਿੰਨਿਆਂ ਨੂੰ ਤੈਰਨ ਲਾ ਦੂਗਾ ਉਹ, ਪਰ ਆਪ ਉਹਨੂੰ ਤੈਰਨਾ ਨਹੀਂ ਆਉਂਦਾ, ਆਪ ਡੁੱਬਦਾ। ਇਸ ਕਰਕੇ ਇਹ ਜਿਹੜੀ ਵਿਦਵਤ ਹੈ, ਇਹ ਜਿਹੜਾ ਗਿਆਨ ਹੈ ਨਾ, ਇੱਕ ਵੱਖਰਾ ਵਿਸ਼ਾ ਹੈ। ਇਹ ਜੀਵਨ ਨੂੰ ਉੱਚਾ ਨਹੀਂ ਚੁੱਕਦਾ ਨਾ, ਜੀਵਨ ਨੂੰ ਉੱਚਾ ਨਹੀਂ ਚੁੱਕਦਾ। ਹੁਣ ਤਾਂ ਖਾਸਾ ਕੁਝ ਫ੍ਰੀ ਹੋ ਗਿਆ। ਪਹਿਲਾਂ ਕਈ ਵਾਰੀ ਬੱਚਿਆਂ ਦੇ ਫੋਨ 'ਚ ਪੈਸੇ ਨਹੀਂ ਸੀ ਹੁੰਦੇ, ਚਲੋ ਸਾਧਨ ਨਹੀਂ, ਉਹ ਫਿਰ ਮੈਥੋਂ ਲੈ ਲਿਆ ਕਰਨਾ। ਹਾਂ ਬੜੀ ਪੈਸੇ ਹੈਗੇ, ਮੈਂ ਹੈਗੇ ਨਹੀਂ, ਤੇਰਾ ਕੰਮ ਤਾਂ ਸਰ ਜੂ। ਮੈਂ ਉੱਥੇ ਬੈਠਿਆ ਰਿਹਾ ਤੇ ਉਹ ਗੱਲਾਂ ਕਰਦਾ ਰਿਹਾ। ਮੇਰਾ ਖਿਆਲ ਹੈ ਵੀ ਘੰਟੇ ਦੇ ਨੇੜੇ ਉਹਨੇ ਗੱਲਾਂ ਕੀਤੀਆਂ, ਸ਼ਾਇਦ ਉੱਪਰ ਵੀ ਹੋ ਗਏ 5-7 ਮਿੰਟ, ਮੈਨੂੰ ਪਤਾ ਨਹੀਂ। ਉਹਨੇ ਬੜੀਆਂ ਮਿਹਨਤਾਂ ਕੀਤੀਆਂ, ਬੜੀਆਂ ਮਿਹਨਤਾਂ ਕੀਤੀਆਂ। ਮਿਹਨਤਾਂ ਕਰੀ ਜਾਵੇ, ਬਾਬਾ ਜੀ ਕੋਈ ਗੱਲ ਨਹੀਂ, ਗਿਆਨੀ ਜੀ ਕੋਈ ਗੱਲ ਨਹੀਂ, ਬਾਬਾ ਜੀ ਕੋਈ ਗੱਲ ਨਹੀਂ। ਉਹ ਐਂ ਕਹੀ ਜਾਵੇ, ਅੱਗੋਂ ਤੇ ਉਹ ਚੜੀ ਜਾਵੇ। ਉਹਨੇ ਜੀ ਗੱਲ ਮੰਨੀ ਨਹੀਂ, ਕਹਿੰਦਾ ਵੀ ਨਾ। ਇਹ ਬਾਅਦ ਚ ਪੁੱਛਿਆ, ਮੈਂ ਕਿਹਾ ਵੀ ਕਿਹਨੂੰ ਫੋਨ ਲਾਇਆ ਹੈ, ਵੀ ਤੂੰ ਮਿਹਨਤਾਂ ਕਿਹਦੀਆਂ ਕਰਦਾ ਸੀ? ਇਹ ਬੰਦਾ ਬੜਾ ਗੁੱਸੇ 'ਚ ਬੋਲਦਾ। ਕਹਿੰਦਾ ਜੀ ਇਹ ਉਹ ਉੱਥੇ ਵਾਲੇ ਸੰਤ ਨੇ। ਮੈਂ ਕਿਹਾ ਸੰਤ ਹੈ ਇਹ? ਕਹਿੰਦਾ ਹਾਂਜੀ, ਬੜੇ ਵਿਦਵਾਨ ਨੇ। ਮੈਂ ਕਿਹਾ ਤੇਰੇ ਨਾਲ ਕੀ ਪੇਚਾ ਪੈ ਗਿਆ? ਆਂਦਾ ਜੀ ਕਹਿੰਦੇ ਵੀ ਮੈਂ ਨਾ, ਉਹਨੇ ਕਿਤੇ ਕਿਹਾ ਸੀ ਵੀ ਮੈਨੂੰ ਨਾ ਦੁੱਧ 'ਚ ਪੱਤੀ ਪਾ ਦਿਓ, ਤੇ ਮੈਂ ਬਿਨਾਂ ਪੱਤੀ ਪਾਏ ਤੋਂ ਦੁੱਧ ਦੇਤਾ। ਕਹਿੰਦਾ ਜੀ ਹੁਣ ਮੈਂ ਰੋਜ਼ ਫੋਨ ਕਰਦਾ, ਪਰ ਉਹਨੇ ਹਲੇ ਤੱਕ ਕਿਹਾ ਨਹੀਂ ਵੀ ਬੇਟੇ ਕੋਈ ਗੱਲ ਨਹੀਂ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆ ਸਾਡੇ ਵਿਦਵਾਨਾਂ ਨਾਲ। ਮੈਂ ਕਿਹਾ ਮੈਂ ਇਸੇ ਕਰਕੇ ਮੰਨਦਾ ਨਹੀਂ ਹੁੰਦਾ। ਆ ਹੁਣ ਤੈਨੂੰ ਪਤਾ ਚੱਲ ਗਿਆ ਵੀ ਬੱਚਾ ਹੈ, ਕੀ ਹੋ ਗਿਆ ਜੇ ਉਹਦੇ ਕੋਲੋਂ ਪੱਤੀ ਨਹੀਂ ਪਈ ਤਾਂ ਕੀ ਹੋ ਗਿਆ, ਦੁਬਾਰੇ ਪਾ ਲਓ। ਕਹਿੰਦਾ ਨਾ, ਤੈਨੂੰ ਤਾਂ ਸੇਵਾ ਨਹੀਂ ਕਰਨੀ ਹੁੰਦੀ, ਤੈਨੂੰ ਤਾਂ ਅਕਲ ਨਹੀਂ ਹੈ, ਤੂੰ ਕੀ ਕਰੇਂਗਾ? ਮੈਂ ਕਿਹਾ ਮੈਂ ਇਸੇ ਕਰਕੇ ਨਹੀਂ ਮੰਨਦਾ ਹੁੰਦਾ ਗੁਰਮੁਖਾ, ਹੋਰ ਕੋਈ ਗੱਲ ਨਹੀਂ ਹੈ। ਵੀ ਆਪਾਂ ਨਾ ਕੱਪੜੇ ਦੇਖਦੇ ਆਂ ਤੇ ਥੋੜਾ ਜਿਹਾ ਕੋਲ ਹੋ ਕੇ ਦੇਖੋ, ਹਾਲ ਬੁਰਾ ਹੀ ਹੈ, ਜੀਵਨ ਨਹੀਂ ਉੱਚਾ ਹੋਇਆ ਹੈ। ਗ੍ਰੰਥ ਪੜ੍ਹ ਲਏ, ਗੱਲਾਂ ਕਰਨੀਆਂ ਆ ਗਈਆਂ। ਮੈਂ ਇੱਕ ਵਾਰੀ ਮੇਰੇ ਉਸਤਾਦ ਜੀ ਨੂੰ, ਗਿਆਨੀ ਜੀ ਨੂੰ ਕਹਿ ਬੈਠਿਆ, ਮੈਂ ਕਿਹਾ ਜੀ ਉਹਨਾਂ ਨੇ ਬੜੇ ਗ੍ਰੰਥ ਪੜ੍ਹੇ ਹੋਏ ਨੇ। ਕਹਿੰਦਾ ਤੈਨੂੰ ਕਿਵੇਂ ਕੀਤਾ? ਮੈਂ ਕਿਹਾ ਜੀ ਉਹ ਵੇਰਵਾ ਦਿੰਦੇ ਹੁੰਦੇ ਨੇ। ਮੈਨੂੰ ਕਹਿੰਦੇ ਉਹ ਫਲਾਣੀ ਪੋਥੀ ਚੱਕ ਕੇ ਲਿਆ, ਮੈਂ ਚੱਕ ਕੇ ਲਿਆਇਆ। ਮੈਨੂੰ ਕਹਿੰਦਾ ਖੋਲ ਇਹਨੂੰ, ਪੜ੍ਹ। ਮੈਂ ਪੜ੍ਹਨ ਲੱਗ ਗਿਆ। ਹੁਣ ਉਹਦੇ ਵਿੱਚ ਇੱਕ ਸ਼ਲੋਕ ਸੀ ਸਾਰ ਕਿਤਾਬਲੀ ਦਾ। ਕਹਿੰਦਾ ਇਹਨੂੰ ਯਾਦ ਕਰ ਲੈ। ਮੈਂ ਕਿਹਾ ਜੀ ਠੀਕ ਹੈ। ਕਹਿੰਦਾ ਹੁਣ ਤੂੰ ਵੀ ਕਹਿ ਦਿਆ ਕਰ ਵੀ ਮੈਂ ਸਾਰ ਕਿਤਾਬਲੀ ਪੜ੍ਹੀ ਹੋਈ ਹੈ। ਇੱਕ ਸ਼ਲੋਕ ਯਾਦ ਕਰਨਾ ਸਾਰ ਕਿਤਾਬਲੀ ਦਾ, ਤੇ ਸੰਗਤ ਵਿੱਚ ਕਹਿਣਾ ਵੀ ਮੈਂ ਸਾਰ ਕਿਤਾਬਲੀ ਪੜ੍ਹੀ ਹੈ। ਇੱਕ ਸ਼ਲੋਕ ਗੀਤਾ ਯਾਦ ਕਰ ਲੈ, ਫਿਰ ਕਹਦੇ ਕਰ ਮੈਂ ਗੀਤਾ ਪੜ੍ਹੀ ਹੋਈ ਹੈ। ਇਸੇ ਤਰ੍ਹਾਂ ਹੀ 2-4 ਐਤਾਂ ਯਾਦ ਕਰ ਲੈ ਕੁਰਾਨ ਦੀਆਂ,
ਫਿਰ ਕਹਿ ਦਿਆ ਕਰ ਜਿਵੇਂ ਕੁਰਾਨ ਵੀ ਪੜ੍ਹੀ ਹੋਈ ਹੈ। ਕਹਿੰਦਾ ਉਹ ਭਲਿਆ ਕਿਤੋਂ ਕਿਤੋਂ ਇਹਨਾਂ ਨੇ ਕੋਈ ਸ਼ਲੋਕ ਯਾਦ ਕੀਤੇ ਹੁੰਦੇ ਨੇ, ਕਾਹਨੂੰ ਗ੍ਰੰਥ ਪੜ੍ਹੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗ੍ਰੰਥ ਨਹੀਂ ਪੜ੍ਹੇ ਹੁੰਦੇ, ਇੱਕੋ ਹੀ ਗ੍ਰੰਥ ਦੇ ਵਿੱਚ ਸਾਰੇ ਗ੍ਰੰਥਾਂ ਦਾ ਵੇਰਵਾ ਮਿਲ ਜਾਂਦਾ। ਕਹਿ ਦੋ ਕਿਹੜੇ ਕੋ ਪੁੱਛਦਾ ਹੈ ਕਿ ਕਦੋਂ ਪੜ੍ਹੇ, ਕਿੱਥੇ ਪੜ੍ਹੇ। ਇਹ ਗੁਰਮੁਖੋ ਐ 2-4 ਗੱਲਾਂ ਯਾਦ ਕੀਤੀਆਂ ਹੁੰਦੀਆਂ ਨੇ ਤੇ ਪ੍ਰਭਾਵ ਉਹ ਪਾਉਂਦੇ ਜੀ ਮੈਂ ਸਾਰਾ ਹੀ ਗ੍ਰੰਥ ਪੜ੍ਹਿਆ ਹੋਇਆ। ਕਹਿੰਦੇ ਹੁਣ ਤੂੰ ਗ੍ਰੰਥ ਪੜ੍ਹਿਆ? ਮਹਾ ਨਾ। ਕਹਿੰਦੇ ਫਿਰ ਹਵਾਲਾ ਹੀ ਦੇਣਾ ਵੀ ਆਹ ਦੇਖੋ ਜੀ ਮੈਂ ਸਾਰ ਕਿਤਾਬ ਲਈ ਪੜ੍ਹੀ, ਮੇਰਾ ਨਾਂ ਲੈ ਦੀ ਉਸਤਾਦ ਜੀ ਦੇ ਕੋਲ। ਸ਼ਲੋਕ 2 ਹੀ ਹੈ ਬਸ, ਚੌਥਾ ਸ਼ਲੋਕ ਕਿਸੇ ਨੂੰ ਆਉਂਦਾ ਨਹੀਂ। ਜੇ ਤੁਸੀਂ ਕਹੋ ਨਾ ਵੀ ਉਹੀ ਗ੍ਰੰਥ ਵਿੱਚੋਂ ਵੀ ਕੋਈ ਹੋਰ ਵੀ ਸ਼ਲੋਕ ਸੁਣਾ ਦੇ, ਜਾਂ ਤੁਸੀਂ ਪੁੱਛ ਲਿਓ ਵੀ ਹੈਗਾ ਉਹਦੇ 'ਚ, ਉਹ ਫਿਰ ਜਦ ਹੀ ਮੁੱਕਰ ਜੂਗਾ ਵੀ ਮੈਨੂੰ ਤਾਂ ਇਹੀ ਆਉਂਦਾ ਇੱਕੋ ਹੀ, ਵੀ ਮੈਂ ਤਾਂ ਗ੍ਰੰਥੇ ਨਹੀਂ ਦੇਖਿਆ ਕਿਤੇ। ਇਹ ਹੈ ਇਮਾਨਦਾਰੀ। ਪਾਤਸ਼ਾਹ ਜੀ ਕਹਿੰਦੇ ਜਿੰਨਾ ਮਰਜ਼ੀ ਪੜ੍ਹ ਲਓ, ਪਰ ਜੋ ਪ੍ਰਾਣੀ ਗੋਬਿੰਦ ਧਿਆਵੇ। ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੇ। ਚਾਹੇ ਕੋਈ ਪੜ੍ਹਿਆ ਹੋਇਆ ਵਿਦਵਾਨ ਹੈ, ਚਾਹੇ ਅਨਪੜ੍ਹ ਹੈ, ਦੋਵਾਂ ਨੂੰ ਕਰਨਾ ਪੈਣਾ ਸਿਮਰਨੀ ਹੈ। ਸਿਮਰਨ ਤੋਂ ਬਿਨਾਂ ਉਧਾਰ ਨਹੀਂ ਹੈ। ਇਸ ਕਰਕੇ ਜਦੋਂ ਭਾਈ ਸਿਮਰਨ ਕਰੇ ਬਿਨਾਂ ਸਰਨਾ ਹੀ ਨਹੀਂ, ਫਿਰ ਆਪਾਂ ਕਾਹਨੂੰ ਸੱਜੇ ਖੱਬੇ ਜਾਣਾ, ਫਿਰ ਆਪਾਂ ਸਿਮਰਨੇ ਕਰ ਲੋ ਨਾ। ਕਹੋ ਨਾਨਕੇ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਨਿਸਤਾਰਾ। ਸਿਮਰਨ ਬਿਨਾਂ ਨਿਸਤਾਰਾ ਤਾਂ ਹੋਣਾ ਨਹੀਂ। ਇਸ ਕਰਕੇ ਫਿਰ ਬਹੁਤਾ ਪੜਨ ਦੀ ਲੋੜ ਨਹੀਂ। ਬਸ ਮਨ ਸਮਝਾਵਨ ਕਾਰਨੇ ਕਛੁਕ ਪੜੀਐ ਗਿਆਨ। ਥੋੜਾ ਜਿਹਾ ਗਿਆਨ ਪੜ੍ਹ ਲਓ ਮਨ ਨੂੰ ਸਮਝਾਉਣ ਵਾਸਤੇ। ਲੋਕਾਂ ਨੂੰ ਸਮਝਾਉਣ ਵਾਸਤੇ ਨਹੀਂ ਪੜ੍ਹਨਾ ਹੈ, ਆਪਣੇ ਮਨ ਨੂੰ ਸਮਝਾਉਣ ਵਾਸਤੇ। ਲੋਕਾਂ ਨੂੰ ਨਹੀਂ ਸਮਝਾਉਣਾ, ਆਪਣੇ ਮਨ ਨੂੰ ਸਮਝਾਉਣਾ। ਸੋ ਕਿਤਨੀ ਵੱਡੀ ਇਮਾਨਦਾਰੀ ਹੈ ਹਰਦਿਆਲ ਪੁਰੋਹਿਤ ਜੀ ਦੀ। ਵਿਦਵਾਨ ਹੈ ਜਿਹਨੇ ਸੰਸਕ੍ਰਿਤ ਦੇ ਵਿੱਚ ਅਰਥ ਕਰਕੇ ਦਿੱਤੇ ਨੇ ਨਾਨਕ ਸ਼ਬਦ ਦੇ। ਵਿਦਵਾਨ ਹੈ, ਸੰਸਕ੍ਰਿਤ ਦਾ ਤਤਵਿਤ ਹੈ। ਫਿਰ ਆਪਣੇ ਪਾਠ ਪੂਜਾ ਦੇ ਵਿੱਚ ਪੂਰਾ ਹੈ, ਕਮੀ ਨਹੀਂ ਹੈ ਕੋਈ। ਪਰ ਉਹਨੂੰ ਪਤਾ ਹੈ ਵੀ ਮੇਰੇ ਜਿਹੜੇ ਬੰਧਨ ਨੇ ਸੰਸਾਰ ਦੇ ਪਏ ਹੋਏ, ਉਹਨਾਂ ਤੋਂ ਛੁਟਕਾਰਾ ਇਹ ਕਰੂਗਾ। ਭਾਵਨਾ ਬਣ ਗਈ। ਇਉਂ ਸੋਚਦਾ ਜਾਂਦਾ ਹੈ। ਦੋਹਰਾ ਅੰਤਰ ਜਾਮੀ ਜਾਨਹੀ, ਮਮ ਉਰ ਕੀ ਜੇ ਬਾਲ। ਫਿਰ ਕਹਿੰਦਾ ਹੈ ਵੀ ਜਿਹੜਾ ਅਵਤਾਰੀ ਪੁਰਸ਼ ਹੁੰਦਾ ਨਾ, ਉਹ ਚਾਹੇ ਬੱਚਾ ਹੀ ਹੋਵੇ, ਹੁੰਦਾ ਤਾਂ ਉਹ ਅਵਤਾਰ ਹੀ ਹੈ ਨਾ। ਉਹਦੇ ਅੰਦਰ ਜੋਤ ਦਾ ਪ੍ਰਮਾਤਮਾ ਦੀ ਉਹ ਅੰਤਰਜਾਮੀ ਤਾਂ ਹੁੰਦਾ ਹੀ ਉਹ। ਜੇ ਕਿਤੇ ਮੇਰੇ ਅੰਦਰ ਦੀ ਗੱਲ ਉਹ ਜਾਣ ਲੈਣ ਤੇ ਮੇਰੇ ਤੇ ਕਿਰਪਾ ਕਰ ਦੇਣ। ਲੀਲਾ ਕਛੁਕ ਦਿਖਾਏ ਮੁਝ, ਦੇਹ ਉਪਦੇਸ਼ ਦਇਆਲ। ਵੀ ਮੈਨੂੰ ਉਦੋਂ ਤੱਕ ਰੱਖ ਹੀ ਲੈਣ, ਬਚਾ ਹੀ ਲੈਣ ਮੈਨੂੰ ਮਰਨ ਤੋਂ। ਥੋੜੀ ਜਿਹੀ ਲੀਲਾ ਮੈਨੂੰ ਸੰਸਾਰ ਦੇ ਜਾਣ ਤੋਂ ਪਹਿਲਾਂ ਪਹਿਲਾਂ ਦਿਖਾ ਦੇਣ। ਹੁਣ ਤਾਂ ਨਹੀਂ, ਉਹ ਵੀ ਕਹਿ ਦਿੰਦਾ ਵੀ ਠੀਕ ਹੈ ਜੀ ਮਰ ਗਿਆ ਤੇ ਮੇਰੀ ਕਰ ਦਿਓ ਗਤੀ। ਨਹੀਂ ਨਹੀਂ, ਕਹਿੰਦਾ ਜਿਉਂਦੇ ਜੀ, ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ ਮੇਰੀ ਮੁਕਤੀ ਕਰ ਦੇਣ, ਮੈਨੂੰ ਉਦੋਂ ਤੱਕ ਰੱਖ ਲੈਣ, ਕੁਛ ਕਲੀਲਾ ਦਿਖਾ ਦੇਣ ਮੈਨੂੰ। ਚੌਪਈ ਸਹਿਤ ਗਿਆਨ ਕੇ ਬੋਲ ਹੈ ਜਬਲਾ। ਜਦੋਂ ਇਹਨਾਂ ਨੇ ਗਿਆਨ ਦੇ ਸਹਿਤ ਬੋਲਣ ਗੱਲਾਂ ਕਰਨੀਆਂ ਨੇ, ਰੱਖੋ ਇਹ ਸਰੀਰ ਮਮ ਤਬਲਾ। ਹੁਣ ਉਹਨੇ ਉੱਥੋਂ ਹੀ ਅਰਦਾਸ ਕਰਤੀ, ਕਹਿੰਦਾ ਪਾਤਸ਼ਾਹ ਉਦੋਂ ਤੱਕ ਮੇਰੇ ਸਰੀਰ ਨੂੰ ਤੁਸੀਂ ਰੱਖ ਲਓ। ਹੁਣ ਇਹਨੇ ਥੋੜੀ ਦੇਖਿਆ ਵੀ ਹਾਲੇ ਤਾਂ ਜੀ ਇਹ ਜੰਮਦੇ ਬੱਚੇ ਨੇ, ਹਾਲੇ ਤਾਂ ਬੋਲਦੇ ਨਹੀਂ, ਹਾਲੇ ਤਾਂ ਸਾਰੀ ਸੰਭਾਲ ਮਾਂ ਕਰਦੀ। 13 ਦਿਨ ਦਾ ਸਰੀਰ ਹੈ ਹਾਲੇ ਸਾਰਾ। ਪਰ ਹਰਦਿਆਲ ਪੰਡਤ ਜੀ ਨੇ ਮੰਨ ਲਿਆ ਮਨ ਦੇ ਵਿੱਚ ਇਹ ਪਰਮੇਸ਼ਰ ਰੂਪ ਹੈ। ਕਿ ਜੇ ਪਰਮੇਸ਼ਰ ਰੂਪ ਹੈ ਤਾਂ ਉਮਰ ਦਾ ਕੋਈ ਲੈਣਾ ਦੇਣਾ ਨਹੀਂ ਹੈ, ਰੱਖ ਸਕਦੇ ਨੇ। ਅਰਦਾਸਾਂ ਕਰਦਾ ਜਾਂਦਾ ਹੈ, ਮੈਨੂੰ ਰੱਖ ਲਓ ਉਦੋਂ ਤੱਕ। ਕਰਤ ਮਨੋਰਥ ਗਇਓ ਨਿਕੇਤਾ। ਇਸ ਤਰ੍ਹਾਂ ਮਨ ਦੇ ਵਿੱਚ ਸੋਚਦਾ ਸੋਚਦਾ
ਆਪਣੇ ਘਰੇ ਚਲਾ ਗਿਆ। ਜਪਤ ਨਾਮ ਅਪਵਰਗ ਹੈ ਹਿਤਾ। ਤੇ ਇਹ ਹੁਣ ਸਤਿਗੁਰਾਂ ਜੀ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਦਿੰਦਾ ਹੈ। ਇਹਨੂੰ ਹੁਣ ਸਾਰਾ ਕੁਝ ਭੁੱਲ ਗਿਆ। ਬਸ ਇੱਕੋ ਹੀ ਸ਼ਬਦ ਕਹਿੰਦੇ ਵੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਇੱਕੋ ਹੀ ਸ਼ਬਦ। ਕਾਹਦੇ ਵਾਸਤੇ? ਕਹਿੰਦੇ ਇਹਦਾ ਨਾਮ ਜਪਣ ਦੇ ਨਾਲ ਮੇਰੀ ਮੁਕਤੀ ਹੋ ਜਾਊਗੀ। ਇਹ ਹੈ ਸਤਿਗੁਰਾਂ ਜੀ ਦਾ ਨਾਮ। ਕੋਈ ਲੈ ਲਵੇ ਤੇ ਪਾਤਸ਼ਾਹ ਜੀ ਨੇ ਉਹਦੀ ਮੁਕਤੀ ਕਰ ਹੀ ਦੇਣੀ। ਜਿਹਦਾ ਯਕੀਨ ਹੈ ਹੋਰ ਕੁਝ ਕਰਨ ਦੀ ਉਹਨੂੰ ਲੋੜ ਨਹੀਂ। ਸਤਿਗੁਰਾਂ ਜੀ ਦਾ ਨਾਮ ਜਪਦਾ ਹੈ ਆਪਣੇ ਭਲੇ ਦੀ ਖਾਤਰ, ਮੁਕਤੀ ਦੇ ਖਾਤਰ। ਤੇ ਪਛਾਤ ਹੈ ਬੀਤਿਓ ਕਾਲਾ। ਉਸ ਤੋਂ ਬਾਅਦ ਸਤਿਗੁਰੂ ਜੀ ਜੋ ਵੇਦੀਆਂ ਦੀ ਕੁਲ ਦੇ ਵਿੱਚ ਆਗਮਨ ਹੋਇਆ ਜਿਨ੍ਹਾਂ ਦਾ, ਸਨੇ ਸਨੇ ਤਨ ਹੋਤ ਵਿਸਾਲਾ। ਹੁਣ ਸਰੀਰ ਜਿਹੜਾ ਹੈ ਉਹ ਸਹਿਜੇ ਸਹਿਜੇ ਵੱਧਦਾ ਜਾਂਦਾ ਹੈ। ਜਿਹ ਬਿਧ ਹਿਰਦੈ ਗਿਆਨ ਮਮੋਖੂ। ਜਿਵੇਂ ਕਹਿੰਦੇ ਮੁਕਤੀ ਦੀ ਆਸ ਰੱਖਣ ਵਾਲੇ ਦੇ ਅੰਦਰ ਗਿਆਨ ਹੁੰਦਾ। ਮਮੋਖੂ ਕਹਿੰਦੇ ਹਨ ਜਿਹੜਾ ਇੱਛਾ ਰੱਖਦਾ ਵੀ ਮੈਂ ਮੁਕਤ ਹੋਣਾ ਹੈ, ਫਿਰ ਉਹਦੇ ਅੰਦਰ ਸਹਿਜੇ ਸਹਿਜੇ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ। ਸਹਿਜੇ ਸਹਿਜੇ ਹੌਲੇ ਹੌਲੇ, ਇੱਕੋ ਦਮ ਨਹੀਂ ਸਾਰਾ ਕੁਝ ਹੋਇਆ ਕਰਦਾ, ਹੌਲੀ ਹੌਲੀ ਸਮਝ ਆਉਂਦੀ ਜਾਂਦੀ। ਉਹ ਕਹਿੰਦਾ ਵੀ ਮੈਂ ਮੁਕਤ ਹੋਣਾ ਹੈ, ਫਿਰ ਉਹਦੇ ਅੰਦਰ ਗਿਆਨ ਹੁੰਦਾ ਵੀ ਆਹ ਕੰਮ ਕਰਨਾ ਤੇ ਆਹ ਕੰਮ ਨਹੀਂ ਕਰਨਾ। ਗਿਆਨ ਹੁੰਦਾ ਚੰਗੇ ਮਾੜੇ ਦਾ ਵਿਚਾਰ, ਇਹ ਗਿਆਨ ਹੁੰਦਾ। ਜਿਵੇਂ ਇੱਛਾ ਰੱਖਣ ਵਾਲੇ ਦੇ ਅੰਦਰ, ਮੁਕਤੀ ਦੀ ਇੱਛਾ ਰੱਖਣ ਵਾਲੇ ਦੇ ਅੰਦਰ ਗਿਆਨ ਵੱਧਦਾ ਹੈ, ਇਸ ਤਰ੍ਹਾਂ ਸਤਿਗੁਰਾਂ ਜੀ ਦਾ ਪਾਵਨ ਸਰੀਰ ਵੱਧਦਾ ਹੈ। ਮਿਤ ਪ੍ਰਤ ਵਧਤ ਦੁਐਤ ਹਤ ਦੁਖੂ। ਕੀ ਹੁੰਦਾ ਵੀ ਹਰ ਰੋਜ਼ ਅੰਦਰ ਜਿਹੜੀ ਦੁਐਤ ਭਾਵ ਬਣੀ ਹੋਈ ਹੈ ਨਾ, ਇਹ ਜਿਹੜਾ ਦੁੱਖ ਅੰਦਰ ਉਹ ਘਟਦਾ ਜਾਂਦਾ ਹੈ। ਸ਼੍ਰੀ ਬਾਲਾ ਸੰਧਰ ਵਾਚ ਦੋਹਰਾ। ਪਲਨਾ ਪਰ ਪੌੜਾਵਈ ਕਹਿ ਲਲਨਾ ਲੈ ਅੰਕ। ਹੁਣ ਮਾਤਾ ਜੀ ਕਦੇ ਤਾਂ ਪੰਘੂੜੇ ਵਿੱਚ ਪਾ ਦਿੰਦੇ ਨੇ ਤੇ ਕਦੇ ਆਪਣੀ ਅੰਕ ਗੋਦ ਦੇ ਵਿੱਚ ਲੈ ਲੈਂਦੇ ਨੇ, ਫਿਰ ਪਿਆਰ ਦੇ ਨਾਲ ਲਾਡ ਲਡਾਉਂਦੇ ਨੇ। ਜਿਵੇਂ ਮਾਂ ਬੱਚੇ ਨੂੰ ਪਾਲਦੀ ਹੈ ਇਸ ਤਰ੍ਹਾਂ ਪਾਲਦੇ ਹਨ। ਲਾਲਤ ਮਾਤ ਵਿਸਾਲ ਹਿਤ ਸੂੰਘਤ ਬਦਨ ਮਯੰਕ। ਮਾਤਾ ਨੂੰ ਕਿੰਨਾ ਕੁ ਆਪਣੇ ਬੱਚੇ ਨਾਲ ਪਿਆਰ ਹੁੰਦਾ, ਇਹਦੀ ਵੈਸੇ ਕੋਈ ਉਦਾਹਰਨ ਹੈ ਨਹੀਂ ਦੁਨੀਆ ਦੇ ਅੰਦਰ ਵੀ ਆਪਾਂ ਕਹਿ ਦਈਏ ਤਾਂ ਸਿਰਫ ਮਾਂ ਜਾਣੇ, ਹੋਰ ਨਹੀਂ ਕਿਸੇ ਨੂੰ ਪਤਾ। ਕਿਉਂ? ਜਿਹਨੂੰ ਪਾਲਦੀ ਹੈ ਉਹਨੂੰ ਖੁਦ ਨਹੀਂ ਪਤਾ ਚੱਲਦਾ ਵੀ ਮੇਰੀ ਮਾਂ ਮੇਰੇ ਨਾਲ ਕਿੰਨਾ ਕੁ ਪਿਆਰ ਕਰਦੀ। ਮਾਂ ਬਾਰੇ ਖੁਦ ਨਹੀਂ ਕਿਹਾ ਜਾ ਸਕਦਾ। ਇਹ ਇੱਕ ਐਸੀ ਕੁਦਰਤ ਦੇ ਅੰਦਰ ਛੁਪੀ ਹੋਈ ਚੀਜ਼ ਹੈ ਵੀ ਇਹ ਮਾਂ ਹੀ ਜਾਣਦੀ ਹੈ। ਇੱਕ ਤਾਂ ਹੈ ਵੀ ਮਾਤਾ ਦੇ ਕੋਲ ਬੱਚਾ ਉਹਨੂੰ ਪਾਲਦੀ ਹੈ, ਇਹ ਸਾਰੇ ਦੇਖ ਕੇ ਦੱਸ ਦੇਣਗੇ, ਪਰ ਇਹ ਤਾਂ ਉਦੋਂ ਇਹਦੇ ਉਦਰ ਦੇ ਵਿੱਚ ਵੀ ਨਹੀਂ ਆਇਆ ਸੀ। ਉਦੋਂ ਦਾ ਸੋਚਦੀ ਸੀ ਵੀ ਕਿਤੇ ਮੇਰੀ ਕੁੱਖੋਂ ਪੁੱਤਰ ਦਾ ਜਨਮ ਹੋ ਜਾਏ। ਇਹ ਤਾਂ ਉਦੋਂ ਦੀ ਪਾਲਦੀ ਫਿਰਦੀ ਹੈ, ਜਦੋਂ ਹੈ ਹੀ ਨਹੀਂ ਸੀ ਕੁੱਖ ਦੇ ਵਿੱਚ, ਪਤਾ ਨਹੀਂ ਕਿਤੇ ਤੁਰਿਆ ਫਿਰਦਾ ਸੀ। ਇਹ ਉਦੋਂ ਅਰਦਾਸਾਂ ਕਰਦੀ ਸੀ ਵੀ ਪਾਤਸ਼ਾਹ ਮੈਨੂੰ ਪੁੱਤਰ ਦੀ ਦਾਤ ਬਖਸ਼ੋ, ਜਦੋਂ ਖਾਲੀ ਸੀ, ਹੈ ਨਹੀਂ ਸੀ ਕੋਲ ਕੁਝ ਵੀ, ਕੁੱਖ ਵਿੱਚ ਹੈ ਹੀ ਨਹੀਂ ਸੀ। ਤੇ ਹੁਣ ਜਿਹੜੀ ਸਾਡੇ ਜਨਮ ਤੋਂ ਪਹਿਲਾਂ ਸਾਨੂੰ ਮੰਗਦੀ ਹੈ, ਫਿਰ ਗੁਰਮੁਖੋ ਕੌਣ ਦੱਸੂਗਾ ਕਿ ਮਾਂ ਸਾਡੇ ਬਾਰੇ ਕੀ ਕਰਦੀ ਹੈ ਕੀ ਨਹੀਂ ਕਰਦੀ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਆਪਾਂ ਹੀ ਧੰਨ ਹੈ ਜਿਹੜੇ ਫਿਰ ਵਿਆਹ ਤੋਂ ਬਾਅਦ ਕਹਿੰਦੇ ਆ ਬੁੜੀ ਮਰਦੀ ਨਹੀਂ ਹੈ, ਗੱਜ ਕੇ ਆਖੋ ਸਤਿਨਾਮ। ਬੁੜੀ ਮਰਦੀ, ਇਹ ਬੁੱਢੀ ਖਹਿੜਾ ਨਹੀਂ ਛੱਡਦੀ। ਇਹ ਆਪਾਂ ਹੀ ਧੰਨ ਹੈ। ਇਹ ਮਾਂ ਦਾ ਦੇਣ ਨਹੀਂ ਗੁਰਮੁਖੋਂ ਕੋਈ ਦੇ ਸਕਦਾ। ਪੁੱਠੇ ਲਟਕ ਜੋ ਰੱਬ ਦੇ ਨਾਂ ਤੇ, ਧਰਮ ਦੇ ਨਾਂ ਤੇ ਜੋ ਮਰਜ਼ੀ ਕਰ ਲੋ, ਪੁੱਠੇ ਲਟਕ ਜੋ ਮਰਜ਼ੀ ਕਰੋ, ਜੇ ਮਾਂ ਪਿਓ ਦੀ ਖੁਸ਼ੀ ਨਹੀਂ ਲਈ ਕੁਝ ਵੀ ਨਹੀਂ ਹੈ। ਰੱਬ ਨਹੀਂ ਸਾਡਾ ਯਕੀਨ ਕਰਦਾ। ਉਹ ਕਹਿੰਦੇ ਵੀ ਜਿਹਨੇ ਜਨਮ ਦਿੱਤਾ ਹੈ, ਜਿਹਨੇ ਪਾਲਿਆ ਹੈ, ਪੜ੍ਹਾਇਆ, ਵੱਡਾ ਕੀਤਾ, ਵਿਆਹਿਆ, ਇਹ ਉਹਦਾ ਤਾਂ ਆਸਾਨ ਮੰਨਦਾ ਨਹੀਂ, ਮੇਰਾ ਕਦੋਂ ਮੰਨੂਗਾ ਇਹ।
ਉਹਦਾ ਨਹੀਂ ਮੰਨਦਾ ਜਿਨ੍ਹਾਂ ਨੇ ਜਨਮ ਦਿੱਤਾ ਹੈ। ਤੇ ਮੇਰਾ ਕਦੋਂ ਮੰਨੇਗਾ? ਸਾਡੇ ਤੇ ਯਕੀਨ ਹੀ ਨਹੀਂ ਕਰਦਾ ਗੁਰੂ, ਨਾ ਰੱਬ ਯਕੀਨ ਕਰੇ ਸਾਡੇ ਤੇ। ਆਪਾਂ ਅਕਿਰਤ ਘਾਣਾ ਜਿਹੜੇ ਆਪਣੇ ਮਾਂ ਪਿਓ ਨੂੰ ਛੱਡੀ ਬੈਠੇ ਆ, ਜਿਹੜੇ ਮਾਂ ਪਿਓ ਨੂੰ ਬੋਝ ਸਮਝਦੇ ਆ। ਆਪਣਾ ਨਹੀਂ ਕੁਝ ਬਣਨਾ, ਜੋ ਮਰਜ਼ੀ ਕਰੋ। ਇਸ ਕਰਕੇ ਮਾਂ ਦੇ ਅੰਦਰ ਪੁੱਤਰ ਦੇ ਲਈ ਕਿੰਨਾ ਪਿਆਰ ਹੈ। ਜਦੋਂ ਆਇਆ ਨਹੀਂ ਸੀ ਕੁੱਖ ਦੇ ਵਿੱਚ, ਉਦੋਂ ਅਰਦਾਸਾਂ ਕਰਦੀ ਮੰਗਦੀ ਫਿਰਦੀ ਸੀ, ਮਾਲਕਾ ਮੈਨੂੰ ਪੁੱਤਰ ਬਖਸ਼ ਦੇ, ਮੇਰੀ ਕੁੱਖਰ ਹੀ ਕਰਦੇ। ਕਈ ਮਾਤਾਵਾਂ ਨੂੰ ਕਿੰਨੇ ਕਿੰਨੇ ਸਾਲ, ਕੋਈ 12 ਸਾਲ, ਕੋਈ 14 ਸਾਲ, ਕੋਈ 15 ਸਾਲ ਅਰਦਾਸਾਂ ਕਰਦੀ ਰਹਿੰਦੀ ਹੈ, ਫਿਰ ਕਿਤੇ ਜਾ ਕੇ ਕੁੱਖ ਵਿੱਚ ਬੱਚਾ ਹੁੰਦਾ। 15 ਸਾਲ ਬਾਅਦ ਬੱਚਾ ਆਇਆ। ਤੇ ਗੁਰਮੁਖ ਹੁਣ ਕਿਵੇਂ ਦੱਸੋਗੇ ਇਹਨੂੰ ਵੀ ਉਹ ਜਿਹੜੀ ਉਹਦੀ 15 ਸਾਲ ਦੀ ਤੇਰੇ ਵਾਸਤੇ ਜਿਹੜੀ ਤਪੱਸਿਆ ਕੀਤੀ ਹੋਈ ਹੈ, ਤੂੰ ਉਹਦਾ ਦੇਣ ਦੇ ਦੇਂਗਾ? ਨਹੀਂ। ਨਾਲੇ ਤੈਨੂੰ ਜਾਣਦੀ ਨਹੀਂ ਸੀ ਉਹ, ਤੂੰ ਉਹਨੂੰ ਨਹੀਂ ਸੀ ਜਾਣਦਾ, ਪਰ ਮੰਗਦੀ ਸੀ ਤੈਨੂੰ, ਮਾਲਕ ਨੇ ਦਿੱਤਾ। ਲਾਲਤ ਬਾਤ ਵਿਸਾਲ ਹਿਤ ਸੁੰਗਤ ਬਦਨ ਮਿਆੰਕ। ਸੁੰਦਰ ਮੁਖੜਾ ਸਤਿਗੁਰਾਂ ਜੀ ਦਾ ਚੰਦਰਮਾ ਦੀ ਨਿਆਈ। ਮਾਤਾ ਚੁੰਮਦੀ ਹੈ ਉਸ ਮੱਥੇ ਨੂੰ। ਚੌਪਈ ਆਨਨ ਆਰਨ ਜਾਤ ਨਿਹਾਰੀ। ਵੇਖਦੀ ਹੈ ਸਤਿਗੁਰਾਂ ਜੀ ਦੇ ਮੁਖੜੇ ਨੂੰ, ਜਿਹੜਾ ਕਮਲ ਦੀ ਨਿਆਈ ਖਿੜਿਆ ਹੋਇਆ ਹੈ। ਲੀਲ ਲਲਤੰ ਆਰਤ ਹਾਰੀ। ਤੇ ਉਸ ਤੋਂ ਸਦਕੇ ਜਾਂਦੀ ਹੈ, ਕੁਰਬਾਨ ਜਾਂਦੀ ਹੈ ਸੁੰਦਰ ਮੁਖੜੇ ਤੋਂ। ਲੋਚਨ ਅਮਲ ਕਮਲ ਦਲ ਜੈਸੇ। ਪਾਤਸ਼ਾਹ ਜੀ ਦੇ ਨੇਤਰਾਂ ਦੀ ਸਿਫਤ ਕੀਤੀ ਹੈ। ਜਦੋਂ ਨੇਤਰਾਂ ਦੀ ਗੱਲ ਆਉਂਦੀ ਤਾਂ ਨੇਤਰ ਵੱਡੇ, ਕਿਵੇਂ? ਜਿਵੇਂ ਕਮਲ ਦਾ ਪੱਤਾ ਹੁੰਦਾ ਹੈ। ਨਾਸਾ ਤਿਲ ਪਰਸੂਨ ਨਹਿ ਵੈਸੇ। ਨਾਸਾਂ ਇਸਤਰੀਆਂ ਹਨ ਜਿਸ ਤਰ੍ਹਾਂ ਤਿਲ ਦਾ ਫੁੱਲ ਹੋਇਆ ਕਰਦਾ ਹੈ। ਸੁੰਦਰ ਅਲੰਕਾਰ ਕਰਵਾਏ। ਸੋਹਣੇ ਗਹਿਣੇ ਪੁੱਤਰ ਦੇ ਲਈ ਕਢਵਾਉਣਾ ਕੀਤੇ। ਬਿਨ ਦੁਖਨ ਕੈ ਭੂਖਨ ਪਾਏ। ਬਿਨ ਦੁਖਨ ਕੇ ਭੂਖਨ ਪਾਏ। ਇੱਥੇ ਜਿਹੜਾ ਜ਼ਿਕਰ ਕੀਤਾ ਵੀ ਬਿਨਾਂ ਦੁਖਨ ਤੋਂ। ਦੁਖਨ ਕਹਿਣਾ ਹੁੰਦਾ ਵੀ ਜਦੋਂ ਸਰੀਰ ਨੂੰ ਛੇਦ ਕਰਕੇ ਪਾਇਆ ਜਾਂਦਾ ਦੁੱਖ ਦੇ ਕੇ। ਜਿਵੇਂ ਸਾਡੇ ਰਿਵਾਜ ਹੈ ਵੀ ਕੰਨ ਦੇ ਵਿੱਚ ਨੱਕ ਵਿੱਚ ਗਲੀ ਕੱਢਣੀ, ਹੁਣ ਤਾਂ ਕਈ ਹੋ ਗਈਆਂ, 1 2 3 4। ਥੋੜਾ ਜਿਹਾ ਇਮਾਨਦਾਰੀ ਨਾਲ ਸੋਚਿਓ, ਕਿਸੇ ਦੀ ਗੱਲ ਤਾਂ ਨਾ ਸੁਣਿਓ, ਨਾ ਪੜ੍ਹਿਓ ਨਾ ਸੁਣਿਓ, ਸਿਰਫ ਇਮਾਨਦਾਰੀ ਨਾਲ ਸੋਚਣਾ ਆਪਣੇ ਮਾਲਕ ਦੇ ਸਨਮੁਖ ਬੈਠ ਕੇ ਵੀ ਜਿਹਨੇ ਸਾਨੂੰ ਇਹ ਸਰੀਰ ਬਣਾਇਆ, ਪ੍ਰਮਾਤਮਾ ਨੇ ਬਣਾਇਆ ਨਾ ਸਰੀਰ। ਇਮਾਨਦਾਰੀ ਦੇ ਨਾਲ ਪ੍ਰਮਾਤਮਾ ਦੇ ਸਨਮੁਖ ਬੈਠ ਕੇ ਸੋਚਿਓ ਕਿ ਕੀ ਇਹਨਾਂ ਛੇਦਾਂ ਦੀ, ਇਹਨਾਂ ਸੁਰਾਖਾਂ ਦੀ ਲੋੜ ਹੈ ਸੀ ਸਰੀਰ ਦੇ ਵਿੱਚ? ਜੇ ਲੋੜ ਹੁੰਦੀ ਨਾ ਤੇ ਜਿੱਥੇ ਪ੍ਰਮਾਤਮਾ ਨੇ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ, ਫਿਰ ਉਹ ਪਹਿਲਾਂ ਹੀ ਕਰਕੇ ਭੇਜ ਦਿੰਦਾ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। 9 ਦੁਆਰੇ ਪ੍ਰਗਟ ਨੇ ਨਾ, 9 ਸਰਾਗ ਤਾਂ ਸਰੀਰ ਦੇ ਵਿੱਚ ਕੀਤੇ ਹੋਏ ਨੇ ਉਹਨੇ। ਤੇ ਜੇ ਗੁਰਮੁਖੋਂ ਲੋੜ ਹੁੰਦੀ ਤਾਂ 3 ਹੋਰ ਕਰ ਦਿੰਦਾ, 1 ਨੱਕ 'ਚ ਕਰ ਦਿੰਦਾ, 2 ਕੰਨਾਂ 'ਚ ਕਰ ਦਿੰਦਾ, ਜੇ ਪ੍ਰਮਾਤਮਾ ਚਾਹੁੰਦਾ। ਸੋ ਜੋ ਕੁਦਰਤ ਨੇ ਦਿੱਤਾ ਉਹਦੇ ਵਿੱਚ ਰਜਾ 'ਚ ਰਾਜੀ ਰਹੋ। ਆਪਾਂ ਕੁਦਰਤ ਦੇ ਖਿਲਾਫ ਜਾਵਾਂਗੇ ਤੇ ਫਿਰ ਆਪਾਂ ਨੂੰ ਮਾਲਕ ਦੀ ਖੁਸ਼ੀ ਥੋੜੀ ਮਿਲ ਸਕਦੀ ਹੈ। ਇਸ ਕਰਕੇ ਗਹਿਣੇ ਜਿਹੜੇ ਹਨ ਉਹ ਦੋਖਨ ਨਹੀਂ ਪਾਉਣੇ, ਜਿਹਦੇ ਕਰਕੇ ਸਰੀਰ 'ਚ ਸੁਰਾਖ ਕਰਕੇ ਪਾਉਣਾ ਪਵੇ। ਉਹ ਤੁਹਾਡਾ ਨਹੀਂ ਸਰਦਾ ਪਾ ਲਓ, ਪਰ ਛੇਦਨ ਗਹਿਣੇ ਨਹੀਂ, ਛੇਦ ਕਰਕੇ ਨਹੀਂ, ਕਿਉਂਕਿ ਪ੍ਰਮਾਤਮਾ ਨੇ ਛੇਦ ਕੀਤਾ ਨਹੀਂ। ਬਸ ਸਿਰਫ ਪ੍ਰਮਾਤਮਾ ਨੂੰ ਲੈ ਕੇ ਚੱਲਿਓ। ਬਾਕੀ ਮੈਂ ਨਾ ਕਿਸੇ ਨੂੰ ਪੜ੍ਹਨਾ, ਨਾ ਮੈਂ ਸੁਣਨਾ। ਬਾਕੀ ਤਾਂ 10 ਬੰਦਿਆਂ ਦੇ ਵਿਚਾਰ ਲੈ ਲਓ, 10ਾਂ ਦੇ ਵੱਖਰੇ ਵੱਖਰੇ ਹੋਣਗੇ। ਮੈਂ ਨਹੀਂ ਕਿਸੇ ਦਾ ਵਿਚਾਰ ਲੈਣਾ। ਮੈਂ ਤੇ ਆਪਣੇ ਮਾਲਕ ਦੇ ਸਾਹਮਣੇ ਹੋ ਕੇ ਦੇਖਣਾ ਇਮਾਨਦਾਰੀ ਦੇ ਨਾਲ ਵੀ ਜੇ ਮਾਲਕ ਚਾਹੁੰਦਾ ਤਾਂ ਫਿਰ ਇਹ ਵੀ ਸੁਰਾਖ ਕਰ ਹੀ ਦਿੰਦਾ। ਇਹਨਾਂ ਦੀ ਲੋੜ ਨਹੀਂ ਸੀ ਹੈ, ਇਸ ਕਰਕੇ ਕੀਤੇ ਨਹੀਂ, ਲੋੜ ਨਹੀਂ ਹੈ। ਮਾਤਾ ਨੇ ਗਹਿਣੇ ਕਢਵਾਏ, ਕੋਈ ਕੰਨ ਦੇ ਵਿੱਚ ਨੱਤੀਆਂ ਨਹੀਂ ਪਾਈਆਂ ਹੈ ਨਾ। ਬਿਨ ਦੁਖਨ ਕੈ ਭੂਖਨ ਪਾਏ।
ਜਿਨ੍ਹਾਂ ਨਾਲ ਸਰੀਰ ਨੂੰ ਕੋਈ ਦੁੱਖ ਨਹੀਂ, ਦੋਸ਼ ਨਹੀਂ, ਉਹ ਗਹਿਣੇ ਪਾਉਣਾ ਕਿੱਥੇ। ਭਾਈ ਵਾਲਾ ਜੀ ਦੀ ਜਨਮ ਸਾਖੀ ਦੇ ਵਿੱਚ ਬਚਨ ਲਿਖੇ ਹੋਏ ਨੇ ਕਿ ਸਾਬਤ ਸੂਰਤ ਰੱਬ ਦੀ। ਆ ਜਿਹੜੀ ਸੂਰਤ ਹੈ ਨਾ, ਇਹ ਰੱਬ ਨੇ ਬਣਾਈ ਹੈ ਨਾ, ਆਪਾਂ ਨੂੰ ਦਿੱਤੀ ਹੈ, ਤੇ ਉਹਨੇ ਆਪਣੇ ਵਰਗੇ ਬਣਾਇਆ ਆਪਾਂ ਨੂੰ, ਪ੍ਰਮਾਤਮਾ ਨੇ। ਕਿਉਂਕਿ ਕਹੋ ਕਬੀਰੇ ਰਾਮ ਕੀ ਅੰਸ, ਜਾਸ ਕਾਗਦ ਪਰ ਮਿਟੈ ਨਾ ਮਾਨਸ। ਪੁੱਤਰ ਪਿਤਾ ਤੇ ਹੁੰਦਾ ਨਾ, ਧੀ ਮਾਂ ਤੇ ਹੁੰਦੀ ਨਾ, ਤੇ ਪ੍ਰਮਾਤਮਾ ਨੇ ਸਾਨੂੰ ਬਣਾਇਆ ਤੇ ਆਪਣੇ ਵਰਗੇ ਬਣਾਇਆ ਉਹਨੇ। ਸਾਬਤ ਸੂਰਤ ਰੱਬ ਦੀ, ਰੱਬ ਦੀ ਦਿੱਤੀ ਹੋਈ ਸਾਬਤ ਸੂਰਤ, ਤੇ ਭੰਨੈ ਬੇਈਮਾਨ, ਤੇ ਜਿਹੜਾ ਇਹਨੂੰ ਭੰਨਦਾ ਉਹ ਬੇਈਮਾਨ ਹੁੰਦਾ, ਉਹਦਾ ਕੋਈ ਧਰਮ ਨਹੀਂ। ਬੇਈਮਾਨ ਹੁੰਦਾ, ਬੇਈਮਾਨ, ਬੇਈਮਾਨ, ਉਹਦਾ ਕੋਈ ਧਰਮ ਨਹੀਂ। ਕਹਿੰਦੇ ਦਰਗਹਿ ਢੋਈ ਨਾ ਮਿਲੇ, ਕਾਫਰ ਕੁੱਤਾ ਸ਼ੈਤਾਨ। ਦਰਗਾਹ ਦੇ ਵਿੱਚ ਉਹਨੂੰ ਢੋਈ ਨਹੀਂ ਮਿਲਦੀ, ਉਹ ਕਾਫਰ ਹੈ, ਉਹ ਕੁੱਤਾ ਹੈ, ਉਹ ਸ਼ੈਤਾਨ ਹੈ। ਇਹ ਬੜੇ ਸਖਤ ਬਚਨ ਜਨਮ ਸਾਖੀ ਦੇ ਵਿੱਚ ਲਿਖੇ ਹੋਏ ਨੇ ਕਿ ਭਾਈ ਪ੍ਰਮਾਤਮਾ ਦੀ ਬਣਾਈ ਹੋਈ ਸੂਰਤ ਨੂੰ ਛੇੜਨਾ ਨਹੀਂ ਹੈ। ਬਿਨ ਦੋਖਨ ਕੈ ਭੋਖਨ ਪਾਏ, ਮਾਤਾ ਜੀ ਨੇ ਪੁੱਤਰ ਨੂੰ ਗਹਿਣੇ ਕਢਵਾ ਕੇ ਪਾਏ ਨੇ, ਪਰ ਬਿਨਾਂ ਕਿਸੇ ਕੰਨ ਨੂੰ ਬਿੰਨਿਆ, ਨੱਤੀਆਂ ਨਹੀਂ ਮਾਂ ਨੇ ਪਾਈਆਂ, ਇਸ ਤਰ੍ਹਾਂ ਗਹਿਣੇ ਕਢਵਾਏ ਹਨ। ਬਨੀ ਬਾਜਨੀ ਕਿੰਕਰ ਨਚਾਰੀ। ਤੇ ਕੀ ਹੁੰਦਾ ਹੈ ਵੀ ਬੱਚੇ ਦੇ ਤਰਾਗੜੀ ਪਾਈ ਜਾਂਦੀ, ਇਹ ਵੀ ਕੀ ਮਰਿਆਦਾ ਹੈ ਬਈ। ਇਹਦਾ ਸੰਬੰਧ ਵੀ ਸਿੱਧੇ ਤੌਰ ਤੇ ਮੈਡੀਕਲ ਨਾਲ ਹੈ। ਕਾਹਦੇ ਵਾਸਤੇ ਪਾਉਂਦੇ ਸਨ? ਤਰਾਗੜੀ ਤੋਂ ਪਤਾ ਲੱਗ ਰਿਹਾ ਸੀ ਬੱਚੇ ਦੀ ਸਿਹਤ ਬਾਰੇ, ਵੀ ਜੇ ਕਮਜ਼ੋਰ ਹੋਵੇਗਾ ਤੇ ਤਰਾਗੜੀ ਢਿੱਲੀ ਹੋਗੀ, ਜੇ ਸਿਹਤ ਠੀਕ ਹੈ ਤੇ ਉਹ ਫਿਰ ਟਾਈਟ ਰਹੇਗੀ। ਇਸ ਕਰਕੇ ਬੱਚੇ ਦੇ ਧਾਗਾ ਬੰਨ੍ਹਿਆ ਜਾਂਦਾ ਸੀ ਲੱਕ ਨੂੰ, ਪਤਾ ਲੱਗਦਾ ਰਹੇ ਮਾਂ ਨੂੰ ਵੀ ਮੇਰਾ ਬੱਚਾ ਤੰਦਰੁਸਤ ਹੈ, ਠੀਕ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਤਾਂ ਪਤਾ ਨਹੀਂ ਆਪਾਂ ਨੇ ਕੀ ਕੁਝ ਬਣਾਤਾ ਇਹਦਾ। ਸਹਿਜੇ ਸਹਿਜੇ ਮੋਤੀ ਪਾਉਣੇ ਸ਼ੁਰੂ ਕਰ ਦਿੱਤੇ, ਹੁਣ ਤੇ ਬੜੀ ਮਹਿੰਗੀ ਹੋ ਗਈ। ਲੱਕ ਤੇ ਪਾਈ ਹੈ ਸੁੰਦਰ ਤਰਾਗੜੀ, ਕਟ ਮਹਿ ਪਾਈ ਅਤ ਛਬ ਵਾਰੀ। ਸੋਹਣਾ ਰੰਗ ਤੇ ਕਾਲੇ ਰੰਗ ਦੀ ਬੰਨਿਆ ਧਾਗਾ ਬੜਾ ਸੋਹਣਾ ਲੱਗਦਾ ਹੈ। ਕਰ ਮਹਿ ਕਟ ਪਦ ਨੂੰ ਪਰਸੋ ਹੈ। ਫਿਰ ਹੱਥਾਂ ਦੇ ਵਿੱਚ ਪੈਰਾਂ ਦੇ ਵਿੱਚ ਪਾਏ ਹੋਏ ਸਗਲੇ ਨੂਪਰ ਕੜੇ ਸੋਹਣੇ ਲੱਗਦੇ ਨੇ। ਜੋ ਦੇਖੇ ਤਿਸ ਕੋ ਮਨ ਮੋਹੈ। ਜਿਹੜਾ ਵੀ ਵੇਖਦਾ ਉਹਦੇ ਮਨ ਨੂੰ ਸਤਿਗੁਰੂ ਜੀ ਮੋਹ ਲੈਂਦੇ ਹਨ। ਦੋਏ ਦੋਏ ਦਸਨ ਅਧਰ ਦੁੱਤ ਹੋਤੀ। ਫਿਰ ਸਹਿਜੇ ਸਹਿਜੇ ਦੋ ਦੰਦ ਆਉਂਦੇ ਹਨ। ਸੰਪਟ ਬ੍ਰਿਧਮ ਜਿਉ ਜੁਗ ਮੋਤੀ। ਜਿਵੇਂ ਕਿਤੇ ਕਹਿੰਦੇ ਹਨ ਇੱਕ ਡੱਬੇ ਦੇ ਵਿੱਚ ਮੋਤੀ ਰੱਖੇ ਹੋਣ। ਅੰਗਣ ਮਹਿ ਰਿੰਗਣ ਗਤਕਾਰੀ। ਸਹਿਜੇ ਸਹਿਜੇ ਫਿਰ ਰਿੜਨਾ ਸ਼ੁਰੂ ਕਰ ਦਿੰਦੇ ਹਨ ਵਿਹੜੇ ਦੇ ਵਿੱਚ। ਚਰਣਾ ਬੁਝ ਖੈਂਚਤ ਬਲਿਹਾਰੀ। ਆਪਣੇ ਜ਼ੋਰ ਦੇ ਨਾਲ ਫਿਰ ਆਪਣੇ ਚਰਨਾਂ ਨੂੰ ਖਿੱਚਦੇ ਹਨ। ਹੇਰਤ ਹਸਤ ਹਸਾਵਤ ਆਰੀ। ਵੇਖਣ ਵਾਲੇ ਨੂੰ ਦੇਖ ਕੇ ਹੱਸਦੇ ਵੀ ਨੇ ਤੇ ਹਸਾਉਂਦੇ ਵੀ ਹਨ। ਕਿਲਕਤ ਮੁਖ ਤੇ ਮਾਧੁਰ ਠਾਰੀ। ਕਿਲਕਾਰੀਆਂ ਮਾਰਦੇ ਹਨ, ਮਾਤਾ ਨੂੰ ਖੁਸ਼ ਕਰਦੇ ਨੇ, ਬੁਲਾਉਂਦੇ ਨੇ। ਬੇਦੀ ਕੁਲ ਕੀ ਆਨ ਬਧੂਟੀ। ਜਿੰਨੀਆਂ ਵੀ ਸ਼ਰੀਕੇ ਦੀਆਂ ਬੀਬੀਆਂ ਨੇ ਬੇਦੀਆਂ ਦੀਆਂ ਸਾਰੀਆਂ ਆਉਂਦੀਆਂ ਨੇ। ਮੂਰਤ ਪਿਖ ਜਨ ਆਨੰਦ ਬੂਟੀ। ਸਿਰਫ ਉਹ ਵੇਖਣ ਵਾਸਤੇ ਆਉਂਦੀਆਂ ਨੇ। ਜੀ ਭੈਣੇ ਜਿਹੜਾ ਤ੍ਰਿਪਤਾ ਦਾ ਪੁੱਤਰ ਹੈ ਨਾ, ਬੱਚੇ ਤਾਂ ਚਲੋ ਸਾਰਿਆਂ ਦੇ ਨੇ ਪਰ ਇਹੋ ਜਿਹੇ ਨਹੀਂ ਹਨ ਕਿਸੇ ਦੇ। ਬੱਚਾ ਇਹ ਆਮ ਬੱਚਿਆਂ ਵਰਗਾ ਨਹੀਂ ਹੈ। ਹਰ ਇੱਕ ਬੀਬੀ ਆ ਕੇ ਚੁੱਕਦੀ ਗੋਦ ਦੇ ਵਿੱਚ ਲੈ ਕੇ ਆਪਣੇ ਆਪ ਨੂੰ ਧਨ ਸਮਝਦੀ। ਇਸ ਕੰਮ ਦੇ ਲਈ ਬੀਬੀਆਂ ਘਰੇ ਆਉਂਦੀਆਂ ਮਾਤਾ ਤ੍ਰਿਪਤਾ ਦੇ ਕੋਲ। ਗਹਿ ਕਰ ਭੁਜਤੇ ਅੰਕ ਬਸਾਵ ਹੈ। ਫਿਰ ਪਕੜ ਕੇ ਆਪਣੀ ਗੋਦ ਦੇ ਵਿੱਚ ਬਿਠਾਉਂਦੀਆਂ ਨੇ। ਪਰਮ ਪ੍ਰੇਮ ਕਰ ਹਰਖ ਲੜਾਵ ਹੈ। ਬਹੁਤ ਪ੍ਰੇਮ ਦੇ ਨਾਲ ਆਪਣਾ ਖੁਸ਼ ਹੁੰਦੀਆਂ ਹਨ, ਖਿਡਾਉਂਦੀਆਂ ਨੇ। ਬੋਲੇ ਬਚਨ ਤੋਤਰੇ ਮਿੱਠੇ। ਸਹਿਜੇ ਸਹਿਜੇ ਫਿਰ ਤੋਤਲੇ ਬਚਨ ਮਿੱਠੇ ਮਿੱਠੇ
ਬੱਚੇ ਬੋਲਣੇ ਸ਼ੁਰੂ ਕਰ ਦਿੰਦੇ। ਸੁਨਹਿ ਨਾਰ ਨਰ ਲੱਗ ਹੈ ਈਠੇ, ਸੁਣਨ ਵਾਲਿਆਂ ਨੂੰ ਬੜੇ ਪਿਆਰੇ ਲੱਗਦੇ ਹਨ। ਹੇ ਰਹਿ ਮਾਤ ਤਾਤ ਅਨਰਗ ਹੈ, ਮਾਤਾ ਪਿਤਾ ਸਤਿਗੁਰਾਂ ਜੀ ਦੇ ਵੇਖ ਕੇ ਪ੍ਰੇਮ ਕਰਦੇ ਹਨ। ਫਿਰਤ ਭੂਮਿਕਾ ਮ੍ਰਿਤਕਾ ਲੱਗ ਹੈ, ਵਿਹੜੇ ਵਿੱਚ ਫਿਰਦੇ ਹਨ, ਸਰੀਰ ਨੂੰ ਮਿੱਟੀ ਲੱਗ ਜਾਂਦੀ ਹੈ। ਲੱਗੀ ਧੂਰ ਤਨ ਧੂਸਰ ਹੋਏ, ਜਦੋਂ ਮਿੱਟੀ ਦੇ ਵਿੱਚ ਖੇਡਦੇ ਧੂਸ ਜੇ ਬਣ ਜਾਂਦੇ ਹਨ। ਅੰਬਲੇ ਅੰਬਾ ਅੰਗ ਧੋਏ, ਮਾਤਾ ਫਿਰ ਅੰਬਲੇ ਅੰਬਾ ਮੁਖ ਧੋਏ। ਮਾਤਾ ਪਾਣੀ ਲੈ ਕੇ ਫਿਰ ਹੱਥ ਮੂੰਹ ਧੋਂਦੀ ਹੈ, ਨਹਾਉਂਦੀ ਹੈ। ਮਲ ਕਰ ਮੁਖ ਮੱਜਨ ਕਰਵਾਇਓ, ਮਲ ਕੇ ਮੁਖੜੇ ਨੂੰ ਫਿਰ ਨਵਾਉਂਦੀ ਹੈ। ਪਾਂਚ ਸਰੀਰ ਅੰਕ ਬੈਸਾਇਓ, ਇਸ ਸਰੀਰ ਨੂੰ ਪੂੰਝ ਕੇ ਆਪਣੀ ਗੋਦ ਦੇ ਵਿੱਚ ਬਿਠਾਉਂਦੀ ਹੈ। ਦੋਹਰਾ ਝਗਲੀ ਚੀਨ ਨਵੀਨ ਪੁਨ, ਪਹਿਰਾਈ ਤਨ ਤਾਤ। ਫਿਰ ਛੋਟੀ ਜੀ ਝਗਲੀ ਬਾਰੀਕ ਧਾਗੇ ਤੋਂ ਬਣੀ ਹੋਈ ਆਪਣੇ ਪੁੱਤਰ ਨੂੰ ਪਹਿਰਾਉਂਦੀ ਹੈ ਮਾਤਾ। ਪੈ ਕੋ ਪਾਨ ਕਰਾਏ ਕੈ ਪੋੜਾਏ ਕਰਮਾਤ, ਫਿਰ ਮਾਤਾ ਦੁੱਧ ਪਿਆ ਕੇ ਸੁਲਾ ਦਿੰਦੀ ਹੈ। ਚੌਪਈ ਜੁਗਲ ਘਟੀ ਪਲ ਨਾ ਪਰਸੋਏ, ਦੋ ਕੁ ਘੜੀਆਂ ਪੰਘੂੜੇ ਦੇ ਵਿੱਚ ਸੌਂਦੇ ਹਨ। ਜਾਗੇ ਬਾਹਰ ਸੁਚੇਤਨ ਹੋਏ, ਫਿਰ ਜਾਗ ਪੈਂਦੇ ਹਨ, ਚੇਤਨ ਹੋ ਜਾਂਦੇ, ਸਾਵਧਾਨ ਹੋ ਜਾਂਦੇ। ਲੱਗੇ ਬਾਲ ਲੀਲਾ ਪੁੰਨ ਕਰਨੇ, ਫਿਰ ਬਾਲ ਲੀਲਾ ਕਰਨ ਲੱਗੇ ਹਨ ਤਲਵੰਡੀ ਦੀ ਧਰਤੀ ਤੇ। ਪਕਰ ਹੈ ਪਰਨਾ ਹੋਏ ਪਗ ਪਰਨੇ, ਉਸ ਤੋਂ ਬਾਅਦ ਫਿਰ ਸਹਿਜੇ ਸਹਿਜੇ ਪੈਰਾਂ ਦੇ ਭਾਰ ਖੜਨ ਦੀ ਕੋਸ਼ਿਸ਼ ਕਰਦੇ, ਮੰਜੇ ਨੂੰ ਪਕੜ ਕੇ ਤੁਰਦੇ। ਭਇਓ ਚਰਨ ਬਲ ਹੋਵੈ ਠਾਡੇ, ਇਸ ਤਰ੍ਹਾਂ ਸਹਿਜੇ ਸਹਿਜੇ ਫਿਰ ਬਲ ਆ ਜਾਂਦਾ ਤੇ ਪੈਰਾਂ ਤੇ ਖੜੇ ਹੋਣ ਲੱਗਦੇ ਹਨ। ਖੇਲ ਹੈ ਬਾਲਨ ਮਹਿਤ ਬਾਡੇ, ਬੜਾ ਪਿਆਰ ਕਰਦੇ ਬੱਚਿਆਂ ਦੇ ਨਾਲ, ਖੇਡਦੇ ਉਹਨਾਂ ਦੇ ਨਾਲ। ਭੂਖਨ ਸ਼ਬਦ ਪਲਾਵਤ ਹੋਵਤ, ਜਦੋਂ ਦੌੜੇ ਜਾਂਦੇ ਹਨ ਫਿਰ ਪਾਏ ਹੋਏ ਗਹਿਣੇ ਸੁਣਾਈ ਦਿੰਦੇ ਛਣਕਦੇ। ਨੈਣ ਛਬੀਲੇ ਛਬ ਸੋ ਜੋਵਤ, ਸੋਹਣੇ ਨੇਤਰ ਸਾਰਿਆਂ ਵੱਲ ਵੇਖਦੇ ਹਨ। ਬਿਨ ਬੋਲੇ ਨਹ ਆਲੇ ਆਵਹਿ, ਹੁਣ ਜਦੋਂ ਤੁਰਨ ਲੱਗ ਪਏ ਫਿਰ ਘਰੋਂ ਬਾਹਰ ਜਾਣਾ ਸ਼ੁਰੂ ਕਰਤਾ। ਤੇ ਹੁਣ ਜਦੋਂ ਤੱਕ ਮਾਤਾ ਬੁਲਾਉਂਦੀ ਨਹੀਂ ਉਦੋਂ ਤੱਕ ਵਾਪਸ ਨਹੀਂ ਆਉਂਦੇ। ਸ਼ਿਸ਼ ਪਸਚਾਤ ਪਰਪ ਮਹਿਤਾਵ ਹੈ, ਜਿਹੜੇ ਬੱਚੇ ਗਲੀਆਂ 'ਚ ਦੌੜੇ ਜਾਂਦੇ ਉਹਨਾਂ ਦੇ ਪਿੱਛੇ ਪਿੱਛੇ ਭੱਜ ਜਾਂਦੇ। ਜਨਨੀ ਅਸਨ ਹਕਾਰ ਖਵਾਵ ਫਿਰ ਹੈ, ਮਾਤਾ ਨੂੰ ਪਤਾ ਲੱਗਦਾ ਵੀ ਇਹਨੂੰ ਭੁੱਖ ਵੀ ਲੱਗੀ ਹੋਣੀ, ਫਿਰ ਬੁਲਾ ਕੇ ਭੋਜਨ ਖਵਾਉਂਦੀ ਹੈ। ਨਹਿ ਆਘਾਤ ਦੇਖਤ ਬਲ ਜਾਵ ਹੈ, ਨੈ ਆਘਾਤ ਦੇਖਤ ਬਲ ਜਾਵੇ। ਸਦਕੇ ਜਾਂਦੀ ਮਾਂ ਨੂੰ ਰੱਜ ਨਹੀਂ ਆਉਂਦਾ ਆਪਣੇ ਪੁੱਤਰ ਨੂੰ ਵੇਖ ਵੇਖ ਕੇ। ਦੋਹਰਾ ਦਧ ਅਰ ਓਦਨ ਮਾਤ ਤੇ, ਅਰਧਿਕ ਖਾਏ ਪਲਾਏ। ਦਹੀਂ ਦੇ ਨਾਲ ਚਾਵਲ ਮਾਤਾ ਖਵਾਉਂਦੀ ਹੈ, ਪਰ ਖੇਲ 'ਚ ਧਿਆਨ ਹੁੰਦਾ। ਅੱਧਾ ਕੁ ਖਾਂਦੇ ਨੇ ਤੇ ਕੁਝ ਖਡਾਉਂਦੇ ਨੇ, ਛੱਡ ਕੇ ਚਲੇ ਜਾਂਦੇ ਹਨ। ਬਾਲਕ ਲੀਲਾ ਕਰਤ ਸਭ, ਅਲਖ ਜੋ ਲਖਿਆ ਨ ਜਾਏ। ਉਹ ਜੋ ਪਰਮਾਤਮਾ ਅਲਖ ਹੈ, ਲਖਤਾ ਤੋਂ ਰਹਿਤ ਹੈ, ਗੁਰੂ ਨਾਨਕ ਦੇ ਰੂਪ ਦੇ ਵਿੱਚ ਬਾਲ ਲੀਲਾ ਕਰ ਰਿਹਾ ਹੈ। ਚੌਪਈ ਲੈ ਕਰ ਕਾਲੂ ਅੰਕ ਦੁਲਾਰ ਹੈ, ਜਦੋਂ ਪਿਤਾ ਜੀ ਘਰੇ ਆਉਂਦੇ ਤਾਂ ਉਹ ਵੀ ਆਪਣੇ ਪੁੱਤਰ ਨੂੰ ਲੈ ਕੇ ਗੋਦ 'ਚ ਬਿਠਾਉਂਦੇ ਨੇ। ਪਾਵਤ ਸੁਖ ਕੋ ਬਦਨ ਨਿਹਾਰ ਹੈ, ਸੋਹਣਾ ਮੁਖ ਵੇਖ ਕੇ ਚੁੰਮਦੇ, ਸੁਖ ਪ੍ਰਾਪਤ ਕਰਦੇ ਹਨ। ਤਜ ਕਰ ਜਨਕ ਅੰਕ ਕੋ ਜਾਵ ਹੈ, ਫਿਰ ਖੇਡਣ ਵਾਸਤੇ ਗੋਦੀ 'ਚੋਂ ਭੱਜ ਜਾਂਦੇ ਹਨ। ਰਲ ਬਾਲਨ ਸੋ ਖੇਲ ਮਚਾਵ ਹੈ,
ਬੱਚਿਆਂ ਦੇ ਨਾਲ ਖੇਡਣਾ ਹੀ ਪਸੰਦ ਹੈ ਜ਼ਿਆਦਾ। ਸੁੰਦਰਤਾ ਮੰਦਰ ਮੁਖ ਰਹਿ। ਸੁੰਦਰਤਾ ਦਾ ਘਰ ਹੈ ਸਤਿਗੁਰਾਂ ਜੀ ਦਾ, ਜਦੋਂ ਮੁਖ ਨੂੰ ਤੱਕਦੇ ਨੇ ਵੇਖਦੇ ਨੇ। ਨਰ ਨਾਰੀ ਜਾਵਤ ਮਗ ਰਹਿ। ਉਹ ਜਾਂਦੇ ਜਾਂਦੇ ਰਾਸਤੇ ਦੇ ਵਿੱਚ ਰੁਕ ਜਾਂਦੇ ਨੇ, ਫਿਰ ਆਪ ਘੇਰ ਲੈਂਦੇ ਨੇ ਜਾਂਦੇ ਜਾਂਦਿਆਂ ਨੂੰ। ਫਿਰ ਹੁਣ ਦੇਖੀ ਜਾਂਦੇ ਨੇ ਦੇਖਣ ਵਾਲੇ ਮੁਖ ਵੱਲ ਵੀ ਇਹ ਕਿਹਦੇ ਵਰਗਾ ਇਹ, ਹੋਰ ਨਿਆਣਾ ਹੈਗਾ ਕੋਈ ਪਿੰਡ ਦੇ ਵਿੱਚ ਕਿਸੇ ਦੇ? ਨਹੀਂ। ਵੇਖੀ ਜਾਂਦੇ ਪਰ ਕਹਿ ਕੁਝ ਸਕਦੇ ਨਹੀਂ। ਇਸ ਤਰ੍ਹਾਂ ਸਤਿਗੁਰਾਂ ਜੀ ਦਾ ਸੁੰਦਰ ਮੁਖੜਾ ਜਿਹੜਾ ਹੈ ਉਹ ਦੇਖਣ ਵਾਲੇ ਨੂੰ ਕੀਲ ਕੇ ਰੱਖ ਦਿੰਦਾ ਹੈ। ਬੋਲ ਹੈ ਬੋਲ ਬੁਲਾਵ ਹੈ ਬਚਨਾ। ਜਦੋਂ ਕੋਈ ਬੁਲਾਉਂਦਾ ਤਾਂ ਬੋਲਦੇ ਵੀ ਹਨ। ਗਿਰਾ ਮਾਧੁਰੀ ਕੀ ਜਨ ਰਚਨਾ। ਕੈਸੇ ਬਚਨ ਹਨ ਕਿ ਬੜੇ ਹੀ ਮਿੱਠੇ, ਜਿਵੇਂ ਘੜ ਕੇ ਰੱਖੇ ਹੋਣ। ਕਹੈ ਪਰਸਪਰ ਲੋਕ ਲੁਗਾਈ। ਲੁਗਾਈ ਜਿਹੜੀ ਹੈ ਤਲਵੰਡੀ ਦੇ ਲੋਕ ਵੇਖਣ ਵਾਲੇ ਇਸ ਤਰ੍ਹਾਂ ਕਹਿੰਦੇ ਨੇ, ਕਾਲੂ ਭਾਗ ਹੈ ਅਧਿਕਾਈ। ਕੋਈ ਪਤਾ ਨਹੀਂ ਕਿੰਨੇ ਕੁ ਪੁੰਨ ਕਰਮ ਕਰਿਆ ਕਾਲੂ ਨੇ, ਇਹਦੇ ਤਾਂ ਬਹੁਤ ਹੀ ਵੱਡੇ ਭਾਗ ਨੇ। ਮਾਲਕ ਨੇ ਇਹੋ ਜਿਹੇ ਪੁੱਤਰ ਦੀ ਦਾਤ ਬਖਸ਼ੀ ਹੈ। ਬਚਪਨ ਸਤਿਗੁਰਾਂ ਜੀ ਦਾ। ਸਾਰੇ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਹਨੇ ਗੁਰੂ ਜਣਿਆ। ਉਹ ਕੁਲ ਧਨਤਾ ਦੇ ਯੋਗ ਹੋ ਗਈ, ਪਿਤਾ ਕੁਲ ਪਿਤਾ ਧਨਤਾ ਦੇ ਯੋਗ ਮਾਤਾ ਧਨਤਾ ਦੇ ਯੋਗ ਮਾਤਾ ਤ੍ਰਿਪਤਾ ਜੀ। ਇਉਂ ਹਰ ਇੱਕ ਦੀ ਜ਼ੁਬਾਨ ਤੇ ਹੈ ਸ਼ਬਦ। ਜਿਸ ਆਵਾਸ ਸੁਤ ਅਸ ਉਪਜਿਓ। ਭਾਈ ਜਿਸ ਦੇ ਘਰ ਦੇ ਵਿੱਚ ਇਹੋ ਜਿਹਾ ਪੁੱਤਰ ਪੈਦਾ ਹੋ ਗਿਆ, ਸਭ ਬਿਧ ਸੋ ਨਿਹਾਲ ਭਵ ਪਇਓ। ਸਭ ਤਰੀਕਿਆਂ ਕਰਕੇ ਨਾਨਕ ਨਦਰੀ ਨਦਰ ਨਿਹਾਲ। ਇਹ ਤੇ ਵੀ ਨਿਹਾਲ ਹੋ ਗਿਆ। ਹੁਣ ਕਾਲੂ ਤੇ ਪਟਵਾਰੀ ਜੀ ਤਾਂ ਨਿਹਾਲ ਹੋ ਗਏ, ਮਹਿਤਾ ਜੀ ਨਿਹਾਲ ਹੋ ਗਏ, ਜਿਨ੍ਹਾਂ ਦੇ ਘਰੇ ਇਹੋ ਜਿਹੇ ਪੁੱਤਰ ਨੇ ਜਨਮ ਲਿਆ। ਦੋਹਰਾ ਸਭੈ ਸੁਭਾਵਕ ਪ੍ਰੇਮ ਮਨ, ਕਰਹਿ ਬਦਨ ਨਿਹਾਰ। ਸਹਿਜ ਸੁਭਾਵਕ ਸਾਰਿਆਂ ਦੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ ਤੇ ਹਰ ਇੱਕ ਦੇਖਣ ਵਾਸਤੇ ਉਧਰ ਨੂੰ ਆਉਂਦਾ। ਜਾਣਾ ਕਿਸੇ ਪਾਸੇ ਹੁੰਦਾ, ਲੰਘਦਾ ਉਸ ਗਲੀ ਦੇ ਵਿੱਚ ਦਾ, ਕਹਿੰਦਾ ਵੀ ਇੱਕ ਵਾਰੀ ਵੇਖ ਕੇ ਚੱਲਾਂਗੇ ਜੇ ਖੇਡਦੇ ਹੋਏ। ਇਹੋ ਜਿਹਾ ਪ੍ਰਭਾਵ ਸਾਰੇ ਨਗਰ ਤੇ ਪਿਆ ਹੋਇਆ। ਕਿਤੇ ਜਾਣਾ ਪਰ ਉਹ ਗਲੀ 'ਚ ਜ਼ਰੂਰ ਜਾਣਾ ਬਈ, ਉਹ ਗਲੀ 'ਚ ਜ਼ਰੂਰ ਜਾਣਾ। ਕਿਤੇ ਵੀ ਕੋਈ ਬੈਠਿਆ ਹੈ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਵੀ ਜਦੋਂ ਕੋਈ ਕਹਿੰਦਾ ਵੀ ਮੈਂ ਨਨਕਾਣੇ ਦੀ ਚਰਨ ਧੂੜ ਮੱਥੇ ਨੂੰ ਲਾ ਲਈ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਪਾਵਨ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ, ਜਿੱਥੇ ਗੁਰੂ ਪਾਤਸ਼ਾਹ ਜੀ ਨੇ ਇਹੋ ਜਿਹੇ ਕੌਤਕ ਕਰੇ, ਉਹ ਧਰਤੀ ਸ੍ਰੀ ਨਨਕਾਣਾ ਸਾਹਿਬ ਦੀ। ਸੇ ਉੱਥੋਂ ਦੇ ਲੋਕ ਬਦੋ ਬਦੀ ਆਪਣੇ ਆਪ ਹੀ ਉਹ ਗਲੀ 'ਚ ਆ ਜਾਂਦੇ। ਜਾਣਾ ਕਿਧਰੇ, ਆ ਜਾਂਦੇ ਉਧਰ ਨੂੰ, ਦੇਖੇ ਬਿਨਾ ਰਹਿ ਨਹੀਂ ਸਕਦੇ, ਮਿਲੇ ਬਿਨਾ। ਜੈਸੇ ਜਾਤ ਸਮੁੰਦਰ ਮਹਿ ਸਭ ਸਰਤਾ ਕੋ ਬਾਰ। ਜਿਵੇਂ ਸਾਰੀਆਂ ਨਦੀਆਂ ਜਿਹੜੀਆਂ ਨੇ ਨਾ ਉਹ ਸਮੁੰਦਰ ਵੱਲ ਨੂੰ ਆਪੇ ਤੁਰੀਆਂ ਜਾਂਦੀਆਂ ਨੇ, ਇਸ ਤਰ੍ਹਾਂ ਸਾਰੇ ਲੋਕੀ ਆਪਣੇ ਆਪ ਹੀ ਖਿੱਚੇ ਆਉਂਦੇ ਉਧਰ ਨੂੰ। ਤੇ ਇੱਕ ਵਾਰ ਮਿਲਣਾ ਜ਼ਰੂਰ, ਵੇਖਣਾ ਜ਼ਰੂਰ। ਪਈ ਚੱਕ ਚਕੋਰ ਲੋਕਨ ਕੇ ਬ੍ਰਿੰਦਾ। ਜਿਹੜੇ ਲੋਕਾਂ ਦੇ ਚੱਖ ਨੇਤਰ ਨੇ ਉਹ ਚਕੋਰ ਦੀ ਨਿਆਈ ਜਾਣਨਾ ਕਰੋ। ਚੰਦਰ ਬਦਨ ਦ੍ਰਿਸ਼ ਆਨੰਦ ਕੰਦਾ। ਇਹ ਸਤਿਗੁਰੂ ਜੀ ਚੰਦਰਮਾ ਦੀ ਨਿਆਈ ਨੇ। ਜਿਵੇਂ ਚਕੋਰ ਸਾਰੀ ਰਾਤ ਚੰਦਰਮਾ ਨੂੰ ਵੇਖਦੀ ਰਹਿੰਦੀ ਹੈ ਇੱਕ ਟੱਕ, ਇਸ ਤਰ੍ਹਾਂ ਲੋਕੀ ਇੱਕ ਟੱਕ ਸਤਿਗੁਰਾਂ ਜੀ ਨੂੰ ਵੇਖਦੇ ਰਹਿੰਦੇ ਹਨ। ਸੁੰਦਰ ਰੂਪ ਹੇਰ ਰਵ ਨਿਆਈ। ਗੁਰੂ ਪਾਤਸ਼ਾਹ ਜੀ ਦਾ ਸੁੰਦਰ ਸਰੂਪ ਰਬ ਸੂਰਜ ਦੀ ਨਿਆਈ ਹੈ। ਜਨ ਅਰਬਿੰਦ ਬਦਨ ਬਿਗਸਾਈ। ਇਹ ਦੇਖਣ ਵਾਲਿਆਂ ਦੇ ਹਿਰਦਾ ਦਾ ਖੜਾ ਕਮਲ ਦੀ ਨਿਆਈ ਜਾਣਨਾ ਕਰੋ। ਕੰਟਕ ਜਿਉ ਸੁਨ ਕੈ ਬਰਬਾਨੀ। ਜਿਵੇਂ ਕਹਿੰਦੇ ਹਨ
ਵੀ ਘੰਡੇ ਹੇੜੇ ਦਾ ਸ਼ਬਦ ਸੁਣ ਕੇ ਰਹਿ ਠਾਣ ਟਿਗ ਮ੍ਰਿਗਹਿ ਸਮਾਨੀ। ਕਿ ਉੱਥੇ ਮਿਰਗ ਜਿਹੜਾ ਨਾ ਉਹ ਆਪਣੇ ਆਪ ਆ ਕੇ ਖਲੋ ਜਾਂਦਾ। ਘੰਡੇ ਹੇੜੇ ਦਾ ਸ਼ਬਦ, ਮਿਰਗ ਦਾ ਸ਼ਿਕਾਰ ਕਰਨ ਵਾਲੇ ਇੱਕ ਜੰਤਰ ਬਣਾਉਂਦੇ ਆ। ਘੜੇ ਦੇ ਵਿੱਚ ਹੀ ਸੁਰਾਖ ਕੀਤਾ, ਤੰਦ ਕੱਢਦੀ ਤੇ ਘੜੇ ਨੂੰ ਫਿਰ ਉੱਪਰੋਂ ਬੰਦ ਕਰ ਦਿੱਤਾ ਚਮੜੇ ਨਾਲ, ਉਹਦੇ ਨੂੰ ਤੰਦ ਕੱਢ ਲਈ। ਫਿਰ ਉਹਨੂੰ ਖਿੱਚ ਕੇ ਜਦੋਂ ਵਜਾਉਂਦੇ ਨੇ ਨਾ, ਉਹਨੂੰ ਕਹਿੰਦੇ ਘੰਡੇ ਹੇੜੇ ਦਾ ਸ਼ਬਦ। ਹੁਣ ਜੰਗਲ ਦੇ ਵਿੱਚ ਜਦੋਂ ਵਜਾਉਂਦੇ ਨੇ ਨਾ, ਤੇ ਹਰਨ ਦੀ ਕੰਨ ਦੇ ਵਿੱਚ ਜਦੋਂ ਇਹ ਆਵਾਜ਼ ਜਾਂਦੀ ਹੈ ਨਾ, ਬਸ ਉੱਥੇ ਇਉਂ ਖੜ ਜਾਂਦਾ ਜਿਵੇਂ ਪੱਥਰ ਦਾ ਬਣਾਇਆ ਹੁੰਦਾ, ਸਭ ਕੁਝ ਭੁੱਲ ਜਾਂਦਾ, ਉਹਦੇ ਤੇ ਮਸਤ ਹੋ ਜਾਂਦਾ। ਕਿਉਂ ਜੀ ਮਸਤ? ਜਿਹੜੇ ਅੰਗਰੇਜ਼ ਲੋਕ ਨੇ ਨਾ, ਉਹ ਬਹੁਤ ਐਡਵਾਂਸ ਨੇ। ਸਾਡੇ ਲਾਣਾ ਤਾਂ ਹੋਰੇ ਪਾਸੇ ਤੁਰਿਆ ਫਿਰਿਆ ਰਹਿੰਦਾ। ਬਸ ਇਹਨਾਂ ਨੇ ਸਮਾਜ ਵਿੱਚ ਵੰਡੀਆਂ ਪਾਉਣੀਆਂ ਨੇ, ਲੋਕਾਂ ਨਾਲ ਲੜਾਉਣਾ ਹੈ, ਆਪਣੀ ਰਾਜਨੀਤੀ ਕਰਨੀ ਹੈ। ਇਹੋ ਜਿਹਾ ਸਾਡਾ ਸੁਭਾਅ ਬਣਿਆ ਹੋਇਆ ਹੈ। ਬੜੀ ਤਰੱਕੀ ਕੀਤੀ ਉਹਨਾਂ ਮੁਲਕਾਂ ਨੇ, ਕਿਉਂਕਿ ਇਸ ਪਾਸੇ ਨਹੀਂ ਆਉਂਦੇ। ਆਪਣੇ ਕਹਿੰਦੇ ਵੀ ਇੰਜੈਕਸ਼ਨ ਦੇਣਾ ਪੈਂਦਾ ਬੇਹੋਸ਼ ਕਰਨ ਦੇ ਲਈ, ਟੀਕਾ ਲਾਉਂਦੇ ਆਪਰੇਸ਼ਨ ਕਰਨ ਵੇਲੇ, ਉਹਨਾਂ ਦੀ ਖੋਜ ਹੈ। ਅਗਰ ਕੋਈ ਬੰਦਾ ਸੰਗੀਤ ਦੇ ਵਿੱਚ ਰੁਚੀ ਰੱਖਦਾ, ਉਹਨੂੰ ਉਸ ਤਰ੍ਹਾਂ ਦਾ ਸੰਗੀਤ ਸੁਣਾ ਕੇ ਆਪਰੇਸ਼ਨ ਕਰ ਦਿੰਦੇ, ਉਹ ਪਤਾ ਨਹੀਂ ਲੱਗਣ ਦਿੰਦੇ। ਹਿਰਨ ਦੀ ਤਰ੍ਹਾਂ ਮਸਤ ਹੋ ਜਾਂਦੇ ਘੰਡੇ ਹੇੜੇ ਦੇ ਸ਼ਬਦ ਵਿੱਚ। ਸੋ ਇਸ ਤਰ੍ਹਾਂ ਲੋਕੀ ਸਤਿਗੁਰਾਂ ਜੀ ਦੇ ਬਚਨਾਂ ਦੇ ਕਾਇਲ ਨੇ। ਆਪਣੀ ਦਸ਼ਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਵੀ ਗੁਰੂ ਦਾ ਸ਼ਬਦ ਕੰਨ ਦੇ ਵਿੱਚ ਪਿਆ ਤੇ ਸਾਨੂੰ ਵੀ ਦੇਸ ਕਾਲ ਭੁੱਲ ਜਾਣਾ ਚਾਹੀਦਾ ਵੀ ਆਪਾਂ ਕਿੱਥੇ ਬੈਠੇ ਹਾਂ, ਕਦੋਂ ਦੇ ਬੈਠੇ ਹਾਂ। ਐਸੀ ਅਵਸਥਾ ਹੈ ਜਿਵੇਂ ਹਿਰਨ ਦੀ ਹੈ। ਉਹ ਆਪਣੀ ਮੌਤ ਦੀ ਪਰਵਾਹ ਨਹੀਂ ਕਰਦਾ ਵੀ ਮੇਰੇ ਤੀਰ ਵੱਜਣਾ, ਮੈਂ ਡਿੱਗਾਂਗਾ, ਨਾ, ਮਸਤ ਹੈ ਉਹਦੇ ਵਿੱਚ। ਇਸ ਤਰ੍ਹਾਂ ਸਤਿਗੁਰਾਂ ਜੀ ਦੇ ਬਚਨ ਸੁਣਨ ਦੇ ਵਿੱਚ ਮਸਤ ਨੇ ਲੋਕ। ਇਹ ਬਿਦ ਬਾਲਕ ਲੀਲਾ ਕਰਹੀ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਬਾਲ ਲੀਲਾ ਕਰਦੇ ਹਨ। ਧਿਆਨ ਜੇ ਤਰਹਿ ਭਵੋ ਦਿਧ ਤਰਹੀ। ਭਾਈ ਸਾਹਿਬ ਜੀ ਕਹਿੰਦੇ ਵੀ ਮੇਰਾ ਪੱਕਾ ਯਕੀਨ ਹੈ, ਤੁਸੀਂ ਜੇ ਇਸ ਸਰੂਪ ਦੇ ਵੀ ਧਿਆਨ ਧਰ ਲਓ ਨਾ, ਜੋ ਬਚਪਨ ਦੇ ਵਿੱਚ ਲੀਲਾ ਕਰਦੇ ਨੇ, ਗੁਰੂ ਨਾਨਕ ਉਹੀ ਹੈ ਜਿਹੜਾ ਹੋਣਾ ਤੇ ਉਦੋਂ ਸੀ। ਗੁਰੂ ਨਾਨਕ ਨਹੀਂ ਬਦਲਿਆ। ਹੁਣ ਵੀ ਤੁਸੀਂ ਉਸ ਸਰੂਪ ਦੇ ਧਿਆਨ ਧਰੋ। ਕਿਹੜਾ ਸਰੂਪ? ਜਦੋਂ ਸਤਿਗੁਰੂ ਜੀ ਮਾਤਾ ਦੀ ਗੋਦ ਦੇ ਵਿੱਚ ਬੈਠੇ, ਜਦੋਂ ਉਹ ਰੀੜਨ ਲੱਗਦੇ, ਜਦੋਂ ਉਹ ਤੁਰਨ ਲੱਗਦੇ, ਜਦੋਂ ਗਲੀਆਂ ਦੇ ਵਿੱਚ ਭੱਜਣ ਲੱਗਦੇ, ਬੱਚਿਆਂ ਨਾਲ ਖੇਡਣ ਲੱਗਦੇ, ਇਹ ਸਰੂਪ ਦਾ ਵੀ ਧਿਆਨ ਧਰ ਲਓ। ਕਹਿੰਦੇ ਬੰਦਾ ਹੁਣ ਵੀ ਭਵਜਲ ਸੰਸਾਰ ਤੋਂ ਪਾਰ ਹੋ ਜਾਏਗਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਸੇ ਫੇਰ ਗਰਭਾਸ ਨਾ ਭਰਿਆ ਰੇ। ਇਸ ਤਰ੍ਹਾਂ ਭਵਜਲ ਸੰਸਾਰ ਤੋਂ ਹੋ ਜਾਏਗਾ ਪਾਰ। ਪਾਂਚ ਬਰਖ ਕੀ ਹੋਈ ਬੈਸਾ। ਜਦੋਂ ਸਤਿਗੁਰੂ ਜੀ ਹੁਣ 5 ਸਾਲ ਦੇ ਹੋ ਜਾਂਦੇ ਹਨ, ਕਰਨ ਲੱਗੇ ਕਾਰਜ ਪੁਨ ਐਸਾ। 5 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਜੀ ਜੋ ਕਾਰਜ ਕਰਨ ਲੱਗੇ ਨੇ, ਉਹ ਆਪਾਂ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਟੁੱਟ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਏਕ। ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹਾਇ ਪੀ ਹੋਵਨ ਹਾਰ। ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹਿਯ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ।
ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।